गुरु अर्जन देव पातशाह जी द्वारा उचारण की हुई पवित्र बाणी सुखमणी साहब विच 17वीं अष्टपदी का अद्धा हिस्सा जो कल बचिया सी आपां विचारन का यतन करांगे। सतगुरु सच्चे पातशाह जी ने इस अष्टपदी विच आद सच की गल कीती है जो सदा कायम रहिंदा है। बाकी दियां चीज़ां बनदियां ने ते उन्हां दी समाप्ति हो जाती है, पैदा हुंदियां ने ते मिट जांदियां ने। इस धरती के नक्शे ते करोड़ां लोग लिखे गए, पैदा किए गए। समय ने पूंज के रख दिता सब कुछ। इत्थे कई कुछ बनता रहिंदा है, कई कुछ मिटदा रहिंदा है, कई कुछ भरिया जांदा है, कई कुछ खाली किया जांदा। इत्थों दी खेड ही तब्दीली है। एक सारता इत्थे कदी रही नहीं। हर एक चीज़ सफ़र विच है, हर एक चीज़ एक थां तो दूजे थां ते जा रही है। पर इस सारे चलदे सिलसिले दे अंदर एक सिर्फ ते सिर्फ अकाल पुरख दा नाम वो कदी चलदा नहीं। वो अचल मूरत है, उहदे विच कदी तब्दीली नहीं आउंदी। वो आद अनील अनाद अनाहत जुग जुग एको वेश। सृष्टि दे शुरू तो लैके अज तक उहदे विच कोई फर्क नहीं पिया। दो चीज़ां इक्को जिहियां ने, धर्म ते परमात्मा। उन्हां विच कोई फर्क नहीं, वो उस तरह ने जिवें शुरू विच सन। तां सतगुरु अज दी इस अंक विच जिथों आपां विचार आरंभ करनी है, वो सच, ओहदा नाम जिस दे अंदर वस गया। कहंदे उहदे विच इन्नी ताकत है कि एक कीड़ी विच वस गया ते उहदे विच इन्नी कला भर सकदा है कि वो करोड़ां लश्करां नूं भस्म कर सकदी है। एक कीड़ी दा भाव छोटी जी अवस्था वाला मनुख जिहदे कोल कुछ नहीं, जिहदी कोई ताकत नहीं। वो नाम आद सच जिहदे जीवन दे अंदर गुरु की किरपा द्वारा वो वस गया, ਉਹਦੇ ਵਿੱਚ ਇੰਨੀ ਤਾਕਤ ਆ ਜਾਂਦੀ, ਇੰਨੀ ਕਲਾ ਆ ਜਾਂਦੀ ਕਿ ਉਹ ਇੱਕ ਛੋਟੀ ਜਿਹੀ ਕੀੜੀ ਕਰੋੜਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਆਏ ਹੋਏ ਮਹਾਬਲੀਆਂ ਨੂੰ ਪਲਾਂ ਵਿੱਚ ਸਾੜ ਕੇ ਸੁਆਹ ਕਰ ਦਿੰਦੀ, ਕਿਉਂਕਿ ਉਹਦੇ ਵਿੱਚ ਇੱਕ ਕਿਣਕੇ ਵਿੱਚ ਅਥਾਹ ਤਾਕਤ ਹੈ। ਉਹਦੇ ਵਿੱਚ ਬੜੀ ਵੱਡੀ ਸ਼ਕਤੀ, ਜਿਹਦੇ ਜਿਹਦੇ ਵੱਲ ਉਹਨੇ ਪੈਰ ਰੱਖਿਆ, जिथे प्रभु आप खुद पैर रखे उत्थे उहदी ताकत उहदे तो पहलां पहुँच गई। तुसीं वेखो कि जिहड़े कमज़ोर लोग सन वो टकराए उन्हां नाल जिन्हां कोल बड़ी ताकत सी, बड़ी शक्ति। पर इत्थे सतगुरां ने एक वचन कीता है, कहंदे जदों तू रब नूं प्यार करेंगा ते वो सारियां दातां तेरी झोली विच पाएगा। जिन्नियां उहदे कोल हैन वो देन लई तैयार है। ਜਿਹੜੇ ਜਿਹੜੇ ਉਹਦੇ ਚਰਨਾਂ ਨਾਲ ਜੁੜੇ ਉਹਨੇ ਆਪਣੀਆਂ ਦਾਤਾਂ ਉਹਦੀ ਝੋਲੀ ਵਿੱਚ ਪਾਈਆਂ। ਪਰ ਉੱਥੇ ਜੇ ਤਾਂ ਉਹਨੇ ਸੰਕੋਚ ਕਰਕੇ ਹੁਕਮ ਵਿੱਚ ਰਹਿ ਕੇ ਗੁਰੂ ਦੇ ਮਾਰਗ ਤੇ ਤੁਰ ਕੇ ਉਹਨੂੰ ਸਿਰਫ ਰੱਬ ਦੀ ਰਹਿਮਤ ਸਮਝ ਕੇ, ਅਮਾਨਤ ਸਮਝ ਕੇ ਹੰਡਾਇਆ, ਫਿਰ ਤੇ ਉਹ ਖੁਸ਼ੀ ਦਾ ਪਾਤਰ ਬਣਿਆ ਰਿਹਾ। ਤੇ ਕਈ ਵਾਰੀ ਕੁਝ ਲੋਕ ਨਾਟਕ ਚੇਟਕ ਕੀਏ ਕੁਕਾਜ ਪੁੱਠੇ ਕੰਮਾਂ ਵਿੱਚ ਲੱਗ ਗਏ। ਇਸ ਧਰਤੀ ਦੇ ਉੱਤੇ ਉਹਨਾਂ ਨੇ ਉਸ ਤਾਕਤ ਦੀ ਗਲਤ ਵਰਤੋਂ ਕੀਤੀ। ਤਾਂ ਜਿਹੜੇ ਲੋਕ ਉਹਦੇ ਕੋਲ, ਉਹਦੇ ਚਰਨਾਂ ਨਾਲ ਜੁੜੇ ਹਨ, ਤਾਕਤ ਉਹਨਾਂ ਦੇ ਪੈਰ ਚੁੰਮਦੀ, ਸ਼ਕਤੀ ਉਹਨਾਂ ਦੇ ਹੱਥਾਂ ਵਿੱਚ ਆ ਜਾਂਦੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਬਚਨ ਵਿੱਚ ਕਿਰਪਾ ਕਰਦੇ ਹਨ। ਨੀਕੀ ਕੀਰੀ ਮਹਿ ਕਲ ਰਾਖੈ। ਨੀਕੀ ਦਾ ਅਰਥ ਹੈ ਛੋਟੀ ਜਿਹੀ ਕੀੜੀ। ਇਹਦਾ ਅਰਥ ਕੱਢਾਂਗੇ ਉਹ ਮਨੁੱਖ ਜਿਨ੍ਹਾਂ ਦੀ ਹੈਸੀਅਤ ਇੱਕ ਕੀੜੀ ਤੋਂ ਵੱਧ ਨਹੀਂ ਸੀ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਜਿਨ੍ਹਾਂ ਦੇ ਕੋਲ ਕੋਈ ਤਾਕਤ ਸ਼ਕਤੀ
ਨਾ ਧਨ ਦੀ, ਨਾ ਧਾਮ ਦੀ, ਨਾ ਰਾਜਨੀਤੀ ਦੀ, ਨਾ ਸਰੀਰਕ ਤਾਕਤ। ਉਹਨਾਂ ਵਿੱਚ ਜਦੋਂ ਵਸਿਆ ਤੇ ਉਹ ਹਾਰ ਕੇ ਵੀ ਜਿੱਤ ਗਏ, ਤੇ ਜਿਨ੍ਹਾਂ ਦੇ ਵੱਲ ਉਹ ਨਹੀਂ ਸੀ ਉਹ ਜਿੱਤ ਗਏ ਪਰ ਪਰਤ ਕੇ ਫਿਰ ਹਾਰ ਗਏ। ਇਹ ਉਹਦੇ ਵਿੱਚ ਬਰਕਤ ਹੈ, ਉਹਦੇ ਅੰਦਰ ਇਹ ਸ਼ਕਤੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਹ ਕਿਰਪਾ ਕਰਦੇ ਹੋਏ ਕਹਿੰਦੇ ਨੇ, ਇੱਕ ਛੋਟੀ ਜਿਹੀ ਕੀੜੀ ਦੀ ਤਾਕਤ ਹੈਸੀਅਤ ਰੱਖਣ ਵਾਲੇ ਮਨੁੱਖ ਵਿੱਚ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਰ ਰੱਖਿਆ ਤੇ ਉਹ ਪੂਜਨੀਕ ਹੋ ਗਿਆ। ਇੱਥੋਂ ਤੱਕ ਉਹਦੇ ਵਿੱਚ ਬਰਕਤ ਹੈ। ਭਗਤ ਰਵਿਦਾਸ ਬੜੇ ਪਿਆਰੇ ਬਚਨ ਕਹਿੰਦੇ, ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗਉਤ ਲਿਖਿਐ ਤਿਹ ਉਪਰੇ, ਪੂਜੀਐ ਕਰ ਨਮਸਕਾਰੰ। ਤਰ ਤਾਰ ਮਨੁੱਖ ਦੀ ਤੇ ਗੱਲ ਬੜੀ ਵੱਡੀ, ਉਹ ਤੇ ਜਿਉਂਦਾ ਜਾਗਦਾ ਹੈ। ਉਹਦੇ ਵਿੱਚ ਤੇ ਸਮਝੇ ਜੇ ਉਹਦੇ ਅੰਦਰ ਪ੍ਰਭੂ ਦੀ ਕਿਰਪਾ, ਰੱਬ ਦੀ ਰਹਿਮਤ ਹੋਈ, ਉਹਨੇ ਤਾਂ ਹੋਣਾ ਹੀ ਹੈ ਮਹਾਨ। ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ, ਇੱਕ ਆਮ ਤਾੜੀ ਦਾ ਰੁੱਖ ਤੁਸੀਂ ਵੇਖਿਆ ਹੋਵੇਗਾ, ਤਾੜੀ ਦਾ ਰੁੱਖ, ਉਹਦਾ ਨਾਮ ਤਾੜੀ ਦਾ ਰੁੱਖ ਹੈ। ਉਹਦੇ ਤੋਂ ਪੁਰਾਣੇ ਸਮੇਂ ਵਿੱਚ ਕਾਗਜ਼ ਬਣਦਾ ਸੀ। ਪਹਿਲਾਂ ਜਦੋਂ ਪੁਰਾਣੇ ਸਮੇਂ ਵਿੱਚ ਕਾਗਜ਼ ਬਣਾਉਣ ਦੇ ਹੋਰ ਕੋਈ ਸਾਧਨ ਨਹੀਂ ਸਨ, ਤਾੜੀ ਦੇ ਰੁੱਖ ਦੇ ਪੱਤਿਆਂ ਨੂੰ, ਛਿੱਲ ਨੂੰ, ਉਹਦੇ ਨਾਲ ਕਾਗਜ਼ ਬਣਾਏ ਜਾਂਦੇ ਸਨ। ਉਹਨਾਂ 'ਤੇ ਲਿਖਿਆ ਜਾਂਦਾ ਸੀ, ਕਿਉਂਕਿ ਉਹ ਸਾਫ਼ ਹੁੰਦੇ ਸਨ। ਉਹਦੇ 'ਤੇ ਲਕੀਰਾਂ ਨਹੀਂ ਸਨ ਹੁੰਦੀਆਂ, ਉਹਦੇ ਪੱਤਿਆਂ 'ਤੇ ਉਹਦੇ 'ਤੇ ਗਿਆਨ ਲਿਖਿਆ ਜਾਂਦਾ ਸੀ, ਚਿੱਠੀਆਂ ਲਿਖੀਆਂ ਜਾਂਦੀਆਂ ਸਨ। ਪਰ ਉਸੇ ਤਾੜੀ ਦੇ ਰੁੱਖ ਵਿੱਚ ਇੱਕ ਅਵਗੁਣ ਸੀ। ਉਹ ਅਵਗੁਣ ਸੀ ਕਿ ਉਸ ਤਾੜੀ ਦੇ ਰੁੱਖ ਦੇ ਵਿੱਚੋਂ ਸ਼ਰਾਬ ਨਿਕਲਦੀ ਸੀ। ਜੇ ਉਹਦੇ ਸੱਕ ਲਾ ਕੇ ਪਾਓ ਤੇ ਸ਼ਰਾਬ ਬੜੀ ਤੇਜ਼। ਹੁਣ ਸ਼ਰਾਬ ਜਿਹੜੀ ਹੈ, ਨਸ਼ਾ ਜਿਹੜਾ ਵਿਵਰਜਿਤ ਖੰਡਿਤ ਕੀਤਾ ਗਿਆ ਉਹਨੂੰ, ਉਹ ਇੱਕ ਕੁਕਰਮ ਹੈ, ਇੱਕ ਪਾਪ ਹੈ। ਭਗਤ ਜੀ ਕਹਿੰਦੇ, ਵੇਖੋ ਇੰਨਾ ਨੀਚ ਰੁੱਖ ਮੰਨਿਆ ਜਾਣ ਵਾਲਾ, ਜਿਹਦੇ ਵਿੱਚੋਂ ਸ਼ਰਾਬ ਨਿਕਲਦੀ ਸੀ, ਅਪਵਿੱਤਰ, ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਮੰਨਿਆ ਜਾਂਦਾ ਸੀ ਵੀ ਇਹ ਰੁੱਖ ਅਪਵਿੱਤਰ ਹੈ। ਜੈਸੇ ਕਾਗਰਾ ਕਰਤ ਵਿਚਾਰੰ, ਜਿਵੇਂ ਕਿ ਕਾਗਜ਼ਾਂ ਵਿੱਚ, ਧਰਮ ਗ੍ਰੰਥਾਂ ਵਿੱਚ ਵਿਚਾਰ ਚੱਲਦੀ ਹੈ। ਪਰ ਉਸੇ ਅਪਵਿੱਤਰ ਰੁੱਖ ਦੇ ਪੱਤੇ ਤੇ ਜਦੋਂ ਅਕਾਲ ਪੁਰਖ ਦਾ ਨਾਮ ਲਿਖ ਦਿੱਤਾ, ਕਹਿੰਦੇ ਅਪਵਿੱਤਰ ਰੁੱਖ ਨੂੰ ਵੀ, ਉਸ ਪੱਤੇ ਨੂੰ ਜਿਹਦੇ ਉੱਤੇ ਉਹਦਾ ਨਾਮ ਲਿਖਿਆ ਸੀ, ਲੋਕ ਨਮਸਕਾਰ ਕਰਨ ਲੱਗ ਪਏ। ਪੂਜੀਆ ਕਰ ਨਮਸਕਾਰੰ। ਇਹਦਾ ਭਾਵ ਸਿਰਫ ਭਗਤ ਰਵਿਦਾਸ ਜੀ ਇਹ ਕਹਿ ਰਹੇ ਨੇ ਕਿ ਉਹਦੇ ਵਿੱਚ ਐਸਾ ਕ੍ਰਿਸ਼ਮਾ ਹੈ, ਉਹਦੇ ਵਿੱਚ ਇੰਨੀ ਕਲਾ ਹੈ। ਅਪਵਿੱਤਰ ਲੋਕ ਵੀ ਜਦੋਂ ਉਹਦੇ ਨਾਲ ਜੁੜ ਗਏ ਤੇ ਉਹਨਾਂ ਦੀ ਅਪਵਿੱਤਰਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੂਰ ਕਰ ਦਿੱਤੀ ਤੇ ਉਹ ਇਸ ਸੰਸਾਰ ਦੇ ਵਿੱਚ ਪੂਜਨੀਕ ਹੋ ਗਏ। ਉਹਨਾਂ ਦੀ ਤਾਕਤ ਵੱਧ ਗਈ, ਉਹਨਾਂ ਵਿੱਚ ਬਰਕਤਾਂ ਆ ਗਈਆਂ। ਇੰਨੀ ਕਲਾ ਹੈ ਇਸ ਰੱਬ ਦੇ ਨਾਮ ਵਿੱਚ। ਤੇ ਸਤਿਗੁਰੂ ਇੱਕ ਡਿੱਗੇ ਹੋਏ, ਜਿਹੜਾ ਨਿਰਾਸ਼ ਹੋ ਚੁੱਕਾ ਹੈ ਇਸ ਧਰਤੀ ਤੇ ਆਮ ਤੌਰ ਤੇ ਬੰਦਾ ਨਿਰਾਸ਼ ਹੀ ਇਸ ਧਰਤੀ ਤੇ। ਕੋਈ ਵਿਰਲਾ ਹੈ ਜਿਹੜਾ ਨਿਰਾਸ਼ਾ ਤੋਂ ਬਾਹਰ ਹੈ। ਕਿਸੇ ਨਾ ਕਿਸੇ ਪੱਖੋਂ ਹਰ ਇੱਕ ਮਨੁੱਖ ਨੂੰ ਫੋਲ ਕੇ ਵੇਖੋ, ਉਹ ਨਿਰਾਸ਼ ਹੋਵੇਗਾ। ਬਸ ਨਿਰਾਸ਼ ਹੋ ਨਹੀਂ, ਜਿਹਨੇ ਆਪਣਾ ਮਨ ਗੁਰੂ ਚਰਨਾਂ ਵਿੱਚ ਸੌਂਪਿਆ ਹੈ ਤੇ ਜੀਵਨ ਦੇ ਵਿੱਚ ਜਿਵੇਂ ਵਾਪਰਦਾ ਉਹਦੇ ਨਾਲ ਸਹਿਮਤ ਹੋ ਜਾਂਦਾ, ਉਹ ਮਨੁੱਖ ਕਦੇ ਨਿਰਾਸ਼ ਨਹੀਂ ਹੋ ਸਕਦਾ। ਬਸ ਨਿਰਾਸ਼ਤਾ ਤਾਂ ਹੀ ਸਾਡੇ ਵਿੱਚ, ਕਿ ਸਾਡੀ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਦਾ ਵਰਤਣਾ ਹੈ, ਉਹ ਸ਼ੁਰੂ ਤੋਂ ਸੰਸਾਰ ਦਾ ਸਿਸਟਮ ਹੀ ਇਸੇ ਤਰ੍ਹਾਂ ਦਾ। ਕੋਈ ਕਿਵੇਂ ਦੀ ਗੱਲ ਚੱਲਦੀ ਹੈ, ਕੋਈ ਕਿਵੇਂ ਦੀ ਚੱਲਦੀ ਹੈ। ਤੇ ਸਾਡਾ ਮਨ ਇੱਕ ਇਸ ਆਦਤ ਦਾ ਆਦੀ ਹੈ ਕਿ ਉਹਦਾ ਇੱਕ ਝੂਠਾ ਵਿਗਿਆਨ ਸਦਾ ਕੰਮ ਕਰਦਾ ਰਹਿੰਦਾ ਇਸ ਮਨ ਦਾ। ਉਹ ਕਹਿੰਦਾ ਜੋ ਮੈਂ ਸੋਚਿਆ ਉਸੇ ਤਰ੍ਹਾਂ ਹੋਣਾ ਚਾਹੀਦਾ, ਜੇ ਨਾ ਹੋਇਆ ਤੇ ਅੰਦਰੋਂ ਨਿਰਾਸ਼ਤਾ ਪੈਦਾ ਹੋ ਜਾਂਦੀ ਹੈ। ਜੇ ਇਹ ਮਨ ਗੁਰੂ ਚਰਨਾਂ ਨਾਲ ਜੋੜ ਕੇ ਇਹਦੀ ਤਾਰ ਇਹਨੂੰ ਤੋਰਿਆ ਜਾਏ ਤੇ ਇਹ ਮਨ ਫਿਰ ਕਰਵਟ ਬਦਲ ਲੈਂਦਾ, ਪਾਸਾ ਬਦਲ ਲੈਂਦਾ। ਫਿਰ ਇਹ ਕਹਿੰਦਾ ਮੈਂ ਸੋਚਾਂਗਾ ਜ਼ਰੂਰ, ਆਯੋਜਿਤ ਜ਼ਰੂਰ ਕਰਾਂਗਾ, ਯੋਜਨਾ ਜ਼ਰੂਰ ਬਣਾਵਾਂਗਾ ਔਰ ਅੰਦਰੋਂ ਦ੍ਰਿੜ ਇਰਾਦੇ ਨਾਲ ਕਰਾਂਗਾ ਵੀ। ਪਰ ਜੇ ਉਹਨੇ ਉੱਤੋਂ ਹੁਕਮ ਨਾ ਕੀਤਾ, ਮੇਰੇ ਸੋਚਣ ਅਨੁਸਾਰ ਨਾ ਹੋਇਆ ਤੇ ਮੈਂ ਉਹਦੇ ਨਾਲ ਸਹਿਮਤ ਹੋ ਜਾਵਾਂ। ਐਸਾ ਮਨੁੱਖ ਕਦੀ ਨਿਰਾਸ਼ ਨਹੀਂ ਹੋਵੇਗਾ
ਤੇ ਦੂਜਾ ਕਦੀ ਨਿਰਾਸ਼ਤਾ ਦੇ ਵਿੱਚੋਂ ਨਿਕਲ ਹੀ ਨਹੀਂ ਸਕਦਾ, ਕਿਉਂਕਿ ਸਾਧ ਸੰਗਤ ਉਹ ਕਦੀ ਨਹੀਂ ਹੁੰਦਾ ਜੋ ਕੁਝ ਅਸੀਂ ਸੋਚਦੇ ਹਾਂ। ਕੁਦਰਤ ਆਪਣੇ ਢੰਗ ਨਾਲ ਚੱਲਦੀ ਹੈ, ਉਹਦੇ ਹੱਥ ਬੜੇ ਲੰਬੇ ਨੇ, ਪਰ ਇਹ ਸਮਝ ਹੁਕਮ ਵਿੱਚ ਮਨੁੱਖ ਕਿਵੇਂ ਆ ਸਕਦਾ? ਇਹਨੂੰ ਕਹਿੰਦੇ ਹੁਕਮ ਮੰਨਣਾ। ਹੁਕਮ ਮੰਨਣਾ ਇਸੇ ਨੂੰ ਕਹਿੰਦੇ ਨੇ ਕਿ ਜ਼ਿੰਦਗੀ ਦੀ ਹਰ ਇੱਕ ਦਸ਼ਾ ਦੇ ਨਾਲ ਸਹਿਮਤੀ ਪ੍ਰਗਟਾ ਲੈਣੀ, ਜੀਵਨ ਦੇ ਵਿੱਚ ਹਰ ਇੱਕ ਪੱਖ ਦੇ ਨਾਲ ਸਵੀਕਾਰਤਾ ਅਪਣਾ ਲੈਣੀ ਤੇ ਉਹਦੇ ਨਾਲ ਤੁਰ ਪੈਣਾ। ਐਸੇ ਮਨੁੱਖ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਤੇ ਜਿਹੜਾ ਮਨੁੱਖ ਸਾਧ ਸੰਗਤ ਦੂਸਰੀ ਦੁਨੀਆ ਵਿੱਚ ਜਿਉਂਦਾ ਹੈ, ਉਹ ਕਹਿੰਦਾ ਜੋ ਮੈਂ ਕਿਹਾ ਉਸੇ ਤਰ੍ਹਾਂ ਚੱਲੇ, ਉਹਨੂੰ ਕਦੀ ਕੋਈ ਸੁਖੀ ਨਹੀਂ ਕਰ ਸਕਦਾ, ਭਾਵੇਂ ਸਾਰੇ ਪੈਗੰਬਰ ਉਹਦੇ ਘਰ ਲੈ ਕੇ ਚਲੇ ਜਾਣ, ਕਿਉਂਕਿ ਉਸ ਤਰ੍ਹਾਂ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਹ ਨਾਮ ਇੰਨਾ ਕੀਮਤੀ ਹੈ ਅਕਾਲ ਪੁਰਖ ਦਾ, ਜਿਨ੍ਹਾਂ ਦੇ ਮਨ ਵਿੱਚ ਵਸਿਆ, ਉਹ ਕਹਿੰਦੇ ਇੰਨੇ ਉੱਚੇ ਹੋ ਗਏ, ਨਿਰਾਸ਼ਾ ਵਿੱਚੋਂ ਨਿਕਲ ਗਏ, ਉਹਨਾਂ ਦੀ ਜ਼ਿੰਦਗੀ ਆਨੰਦ ਨਾਲ ਭਰੀ ਗਈ, ਖੁਸ਼ੀ ਨਾਲ ਭਰੀ ਗਈ। ਜਿੱਧਰ ਉਹਨੇ ਪੈਰ ਰੱਖਿਆ ਉਹ ਥਾਂ ਜਿਹੜੀ ਪੂਜਨੀਕ ਹੋ ਗਈ। ਤਾਂ ਹੀ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਸਨ ਕਿ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਆਪਣ ਸ਼ੋਭਾ। ਇਹ ਬੜੀ ਕੀਮਤੀ ਪੰਕਤੀ ਹੈ। ਆਮ ਤੌਰ 'ਤੇ ਸਾਧ ਸੰਗਤ ਸੱਚ ਇਹ ਮੈਂ ਕਹਾਂ ਆਪ ਜੀ ਦੇ ਚਰਨਾਂ ਵਿੱਚ, ਕੋਈ ਬੰਦਾ ਨਹੀਂ ਇਸ ਧਰਤੀ ਦੇ ਜਿਹਦੇ ਮਨ ਵਿੱਚ ਕਿਤੇ ਖੁਆਇਸ਼ ਨਾ ਹੋਵੇ ਵੀ ਮੇਰੀ ਪੂਜਾ ਨਾ ਹੋਵੇ। ਸੱਚਾਈ ਹੈ। ਕੋਈ ਮੂੰਹੋਂ ਕਹਿ ਦਿੰਦਾ ਹੈ, ਕੋਈ ਅੰਦਰ ਸੋਚਦਾ ਹੈ, ਕਿਤੇ ਨਾ ਕਿਤੇ ਤੇ ਪੂਜਾ ਕਰਾਉਣਾ ਹੀ ਚਾਹੁੰਦਾ। ਚਲੋ ਕਿਤੇ ਵੱਡੇ ਥਾਂ ਤੇ ਨਹੀਂ, ਘੱਟੋ ਘੱਟ ਆਦਮੀ ਇਹ ਤੇ ਚਾਹੁੰਦਾ ਵੀ ਘਰ ਦਾ ਕੋਈ ਨਾ ਕੋਈ ਮੈਂਬਰ ਮੇਰੇ ਥੱਲੇ ਰਵੇ, ਪੂਜਾ ਕਰਾਉਣੀ ਚਾਹੁੰਦਾ, ਥੱਲੇ ਰੱਖਣਾ ਚਾਹੁੰਦਾ। ਇਹ ਤੇ ਅੰਦਰ ਦੀ ਖੁਆਇਸ਼ ਰੱਬ ਨੇ ਸ਼ੁਰੂ ਤੋਂ ਪਾ ਦਿੱਤੀ ਸਾਰਿਆਂ ਵਿੱਚ। ਸਤਿਗੁਰੂ ਕਹਿੰਦੇ ਤੂੰ ਇਹ ਖਿਆਲ ਛੱਡ, ਤੂੰ ਆਪਣੇ ਅੰਦਰ ਪੈਰ ਧਰਨ ਦੇ ਆਪਣੇ ਗੁਰੂ ਨੂੰ, ਰੱਬ ਨੂੰ। ਤੂੰ ਪੂਜਾ ਕਰਾਉਣ ਦੀ ਇੱਛਾ ਛੱਡ ਦੇ, ਤੂੰ ਆਪਣੇ ਅੰਦਰ ਗੁਰੂ ਨੂੰ ਪੈਰ ਧਰਨ ਦੀ ਥਾਂ ਦੇ। ਤੇ ਜਦੋਂ ਗੁਰੂ ਤੇਰੇ ਜੀਵਨ ਵਿੱਚ ਪੈਰ ਰੱਖੇਗਾ, ਗੁਰੂ ਨੇ ਤੇ ਜਿਨ੍ਹਾਂ ਰੁੱਖਾਂ ਥੱਲੇ ਪੈਰ ਰੱਖਿਆ, ਲੋਕ ਉਹਨਾਂ ਦੇ ਕੋਲੋਂ ਲੰਘਦੇ ਵੀ ਸਤਿਕਾਰ ਕਰਦੇ ਨੇ। ਗੁਰੂ ਨੇ ਤੇ ਜਿਸ ਮਿੱਟੀ ਤੇ ਪੈਰ ਰੱਖਿਆ, ਭਾਵੇਂ ਉਹ ਆਮ ਮਿੱਟੀ ਸੀ ਫਸਲ ਉਗਾਉਣ ਵਾਲੀ, ਜਿੱਥੋਂ ਜਿੱਥੋਂ ਦੀ ਨਿਕਲੇ ਪਤਾ ਲੱਗਿਆ ਇੱਥੇ ਗੁਰੂ ਨੇ ਪੈਰ ਰੱਖੇ ਸਨ। ਅੱਜ ਤੱਕ ਲੋਕ ਉਸ ਧੂੜ ਨੂੰ ਮੱਥੇ ਤੇ ਲਾਉਂਦੇ ਨੇ। ਤੇ ਜੇ ਤੂੰ ਮਨੁੱਖ ਹੋ ਕੇ ਆਪਣੇ ਅੰਦਰ ਥਾਂ ਦੇ ਦੇਂ ਗੁਰੂ ਨੂੰ, ਕਿਉਂ ਨਾ ਤੇਰੇ ਜੀਵਨ ਅੱਗੇ ਵੀ ਲੋਕ ਚੁੱਕਣਗੇ। ਇਹ ਬਹੁਤ ਜ਼ਰੂਰੀ ਹੋ ਜਾਏਗਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿੱਥੇ ਬਾਬਾ ਪੈਰ ਧਰੇ, ਸਾਨੂੰ ਭੁਲੇਖਾ ਪੈ ਗਿਆ ਵੀ ਬਾਬਾ ਕੇਵਲ ਥਾਵਾਂ ਤੇ ਪੈਰ ਧਰਦਾ ਸੀ। ਇਸ ਕਰਕੇ ਅਸੀਂ ਆਪਣੇ ਅੰਦਰ ਉਹਨੂੰ ਪੈਰ ਨਹੀਂ ਰੱਖਣ ਦਿੰਦੇ। ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਥਾਵਾਂ ਤੇ, ਧਰਤੀਆਂ ਤੇ, ਗੁਰਦੁਆਰਿਆਂ ਵਿੱਚ ਹੀ ਪੈਰ ਰੱਖਿਆ ਜੇ, ਸਾਡੇ ਜੀਵਨ ਵਿੱਚ ਪੈਰ ਨਾ ਰੱਖਿਆ ਜੇ। ਸਾਡੇ ਜੀਵਨ ਵਿੱਚ ਤੁਸੀਂ ਆਪਣੀ ਜਿਹੜੀ ਸਿੱਖਿਆ ਉਹ ਅਸੀਂ ਮੰਨਣੀ ਨਹੀਂ। ਇਸ ਕਰਕੇ ਸਾਡੀ ਜੀਵਨ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਤਾਂ ਸਤਿਗੁਰੂ ਕਹਿੰਦੇ ਜਿੱਥੇ ਬਾਬੇ ਨੇ ਪੈਰ ਰੱਖਿਆ, ਪੈਰ ਰੱਖਣ ਦਾ ਮਤਲਬ ਜਿਸ ਸਰੀਰ ਦੇ ਅੰਦਰ ਗੁਰੂ ਕੀ ਸਿੱਖਿਆ ਪ੍ਰਗਟ ਹੋ ਗਈ, ਜਿਸ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ, ਉਸ ਤਰ੍ਹਾਂ ਮੰਨਣ ਲੱਗ ਪਿਆ, ਗੁਰੂ ਦੇ ਹੁਕਮ ਅਨੁਸਾਰ ਉਹਦਾ ਬਹਿਣਾ ਉੱਠਣਾ, ਉਹਦਾ ਸੌਣਾ ਜਾਗਣਾ, ਖਾਣਾ ਪੀਣਾ, ਕੰਮ ਕਰਨਾ ਗੁਰਮਤ ਅਨੁਸਾਰ ਹੋ ਗਿਆ। ਸਮਝ ਲੈਣੋ ਸਿੱਖ ਦੇ ਸਰੀਰ ਦੇ ਵਿੱਚ ਗੁਰੂ ਨੇ ਪੈਰ ਰੱਖ ਦਿੱਤਾ। ਤੇ ਜਿੱਥੇ ਉਹਨੇ ਪੈਰ ਰੱਖਿਆ, ਫਿਰ ਭਾਈ ਸਾਹਿਬ ਕਹਿੰਦੇ ਪੂਜਾ ਆਸਣ ਥਾਪਣ ਸੋਵਾ। ਬਸ ਉਹ ਹੀ ਆਸਣ ਬਣ ਗਿਆ ਰੱਬ ਦਾ, ਤੇ ਉਹਦੀ ਪੂਜਾ, ਉਹਦਾ ਪਿਆਰ ਸਾਰੇ ਸੰਸਾਰ ਵਿੱਚ ਫਿਰ ਛਾ ਗਿਆ। ਇਸ ਤਰ੍ਹਾਂ ਉਹਦੇ ਵਿੱਚ ਇੰਨੀ ਕਲਾ ਹੈ ਕਿ ਸਤਿਗੁਰੂ ਕਹਿੰਦੇ ਨੀਕੀ ਕੀਰੀ ਮਹਿ ਕਲ ਰੱਖੈ। ਕਲ ਦਾ ਅਰਥ ਹੈ ਕਲਾ, ਸ਼ਕਤੀ। ਜੇ ਉਹ ਇਸ ਕੀੜੀ ਵੱਲ ਨਜ਼ਰ ਭਰ ਕੇ ਦੇਖਦਾ ਹੈ ਤਾਂ ਉਹਦੇ ਵਿੱਚ ਇੰਨੀ ਕਲਾ ਆ ਜਾਂਦੀ ਹੈ। ਉਹ ਕੀ ਕਰਦੀ ਹੈ? ਹਜ਼ੂਰ ਕਹਿੰਦੇ ਭਸਮ ਕਰੈ ਲਸ਼ਕਰ ਕੋਟ ਲੱਖੈ। ਭਸਮ ਕਰੈ, ਭਸਮ ਦੇ ਅਰਥ ਨੇ ਸਾੜ ਦੇਵੇਗੀ। ਲਸ਼ਕਰ ਵੱਡੀ ਫੌਜ ਨੂੰ, ਕੋਟ ਲੱਖ ਹੈ ਜਿਹਦੀ ਗਿਣਤੀ ਕਰੋੜਾਂ ਤੇ ਲੱਖਾਂ ਹੋਵੇ। ਇਹਦੇ ਅਰਥ ਸਾਡੇ ਜੀਵਨ ਵਿੱਚ ਨਿੱਜੀ ਤੌਰ ਤੇ ਇਹ ਹੋਣਗੇ ਕਿ ਸਾਡੀ ਜ਼ਿੰਦਗੀ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਰੁਕਾਵਟਾਂ ਆਈਆਂ ਹੋਣ,
ਸਾਡੀ ਜ਼ਿੰਦਗੀ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਦੁੱਖ ਆਏ ਹੋਣ ਤੇ ਜੇ ਉਹ ਸਾਡੇ ਅੰਦਰ ਆਪਣੀ ਬਖਸ਼ਿਸ਼ ਟਿਕਾ ਦੇ ਤੇ ਉਹ ਆਮ ਮਨੁੱਖ ਜਿਹੜਾ ਦੱਬਿਆ ਹੋਇਆ ਸੀ ਜਾਂ ਉਹ ਨਿਰਾਸ਼ ਸੀ, ਉਹ ਆਪਣੀ ਜ਼ਿੰਦਗੀ ਦੀਆਂ ਕਰੋੜਾਂ ਤੇ ਲੱਖਾਂ ਮੁਸੀਬਤਾਂ ਨੂੰ ਖਤਮ ਕਰਨ ਦੇ ਸਮਰੱਥ ਹੋ ਜਾਂਦਾ। ਉਹਦੇ ਵਿੱਚ ਇੰਨੀ ਬਖਸ਼ਿਸ਼ ਅਕਾਲ ਪੁਰਖ ਦੀ ਵਰਤ ਜਾਂਦੀ ਹੈ। ਫਿਰ ਸਾਹਿਬ ਕਹਿੰਦੇ ਜਿਸ ਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਜੇ ਉਹ ਚਾਹੇ ਨਾ ਮੈਂ ਇਹਦਾ ਸਾਸ ਨਹੀਂ ਕੱਢਣਾ ਤੇ ਸਰੀਰ ਭਾਵੇਂ ਕਿੰਨਾ ਜਵਾਬ ਦੇ ਜਾਏ। ਅਸਲ ਵਿੱਚ ਇਹ ਸਾਰੀ ਅਸ਼ਟਪਦੀ ਇੱਕੋ ਚੀਜ਼ ਦੇ ਉੱਤੇ ਉਚਾਰੀ ਗਈ ਹੈ। ਇਹ ਅੰਕ ਜਿਹੜਾ ਹੈ ਉਹ ਕਿਹੜਾ ਵਿਚਾਰ ਹੈ? ਉਹ ਵਿਚਾਰ ਹੈ ਕਾਹੇ ਸੋਚ ਕਰੈ ਰੇ ਪ੍ਰਾਣੀ। ਹੇ ਪ੍ਰਾਣੀ, ਤੂੰ ਸੋਚ ਕਿਉਂ ਕਰਨਾ ਹੈ? ਕਿਉਂਕਿ ਜਿੰਨਾ ਚਿਰ ਤੂੰ ਸੋਚ ਕਰਨਾ ਉਹਨਾਂ ਚਿਰ ਤੇਰਾ ਮਨ ਰੱਬ ਦੇ ਚਰਨਾਂ ਨਾਲ ਸਾਂਝ ਨਹੀਂ ਪਾਏਗਾ। ਉਹਦੇ ਉੱਤੇ ਭਰੋਸਾ ਕਰ, ਉਹ ਇੰਨਾ ਤਾਕਤਵਰ ਹੈ। ਸੋਚ ਨੂੰ ਤਿਆਗ, ਚਿੰਤਾ ਨੂੰ ਛੱਡ, ਕਿਉਂਕਿ ਉਹ ਅਕਾਲ ਪੁਰਖ ਇੰਨਾ ਸਮਰੱਥ ਹੈ ਜਿਸ ਦਾ ਉਹ ਸਵਾਸ ਨਾ ਕੱਢਣਾ ਚਾਹੇ ਹੱਥ ਦੇ ਕੇ ਉਹਨੂੰ ਬਚਾਉਂਦਾ ਹੈ। ਭਾਵ ਉਸ ਨੂੰ ਖਤਮ ਨਹੀਂ ਹੋਣ ਦਿੰਦਾ, ਉਹਦੇ ਤੇ ਕਿਰਪਾ ਕਰ ਦਿੰਦਾ। ਤਾਂ ਕੋ ਰਾਖਤ ਦੇ ਕਰ ਹਾਥ। ਪਰ ਇਹਦੇ ਉਲਟ, ਇਹਦੇ ਦੂਜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਯਤਨ ਕਰਤ ਬਹੁ ਭਾਂਤ, ਤਿਸ ਕੇ ਕਰਤਬ ਬਿਰਥੇ ਜਾਤ। ਮਨੁੱਖ ਯਤਨ ਕਰੇ। ਹੁਣ ਖਿਆਲ ਰੱਖੋ ਕਿ ਮਨੁੱਖ ਯਤਨ ਨਾ ਕਰੇ, ਇਹ ਮੈਂ ਬੇਨਤੀ ਪਹਿਲਾਂ ਕਰ ਚੁੱਕਾ ਹਾਂ। ਯਤਨ ਕਰਨਾ ਮਨੁੱਖ ਦੇ ਜੀਵਨ ਵਿੱਚ ਜ਼ਰੂਰੀ ਹੈ। ਹਰ ਇੱਕ ਕਾਰਜ ਵਿੱਚ ਉਦਮ ਵਿੱਚ ਰਹਿਣਾ ਅਤ ਜ਼ਰੂਰੀ ਹੈ। ਪਰ ਯਤਨ ਦੋ ਤਰ੍ਹਾਂ ਦਾ ਹੈ। ਇੱਕ ਮਨਮੁਖ ਦਾ ਯਤਨ ਹੈ, ਉਹ ਹੰਕਾਰ ਦੇ ਆਸਰੇ ਯਤਨ ਕਰਦਾ ਤੇ ਉਹ ਕਹਿੰਦਾ ਇਸ ਤਰ੍ਹਾਂ ਹੋਣਾ ਹੀ ਚਾਹੀਦਾ, ਇਸ ਤਰ੍ਹਾਂ ਜ਼ਰੂਰ ਹੋਵੇਗਾ। ਇੱਕ ਪਾਸੇ ਇੱਕ ਗੁਰਮੁਖ ਯਤਨ ਕਰਦਾ, ਉਹਦਾ ਯਤਨ ਹੋਰ ਤਰ੍ਹਾਂ ਦਾ ਹੈ। ਉਹ ਕਹਿੰਦਾ ਮੈਂ ਯਤਨ ਕਰਾਂਗਾ, ਇਸੇ ਤਰ੍ਹਾਂ ਹੋਣਾ, ਮੈਂ ਸੋਚਿਆ, ਪਰ ਕਿਵੇਂ ਹੋਣਾ ਹੈ ਗੁਰੂ ਨੂੰ ਪਤਾ। ਜਿਵੇਂ ਉਹ ਕਰੇਗਾ ਉਵੇਂ ਪ੍ਰਵਾਨ ਹੋਵੇਗਾ। ਬਹੁਤ ਫਰਕ ਪੈ ਗਿਆ ਉਦਮ ਵਿੱਚ। ਉਦਮ ਦੋਵੇਂ ਕਰ ਰਹੇ ਨੇ, ਦੋਹਾਂ ਵਿੱਚ ਫਰਕ ਬੜਾ ਹੈ। ਇੱਕ ਨੇ ਹੰਕਾਰ ਦੇ ਆਸਰੇ ਤੇ ਉਦਮ ਕੀਤਾ ਤੇ ਕੁਦਰਤ ਦਾ ਇਹ ਨਿਯਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਉਹਨੂੰ ਇਹ ਮੈਂ ਮੇਰੀ, ਇਹ ਹੈਂਕੜ, ਇਹ ਮੰਨੀ ਜਾਣਾ ਕਿ ਮੈਂ ਬੜੀ ਸਿਆਣਪ ਨਾਲ ਇਹ ਕੰਮ ਚਲਾਇਆ, ਮੈਂ ਇੱਥੇ ਨਾ ਹੁੰਦਾ ਤੇ ਹੋਣਾ ਹੀ ਨਹੀਂ ਸੀ, ਆਉਣ ਵਾਲੇ ਸਮੇਂ ਵਿੱਚ ਵੀ ਮੈਂ ਹੀ ਕਰਾਂਗਾ। ਇਸ ਤਰ੍ਹਾਂ ਦੀ ਜਿਹੜੀ ਬਿਰਤੀ ਹੈ ਉਹ ਰੱਬ ਨਾਲ ਸਹਿਮਤ ਨਹੀਂ ਹੁੰਦੀ। ਉਹਦੇ ਮਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸੂਖਸ਼ਮ ਹੰਕਾਰ ਆ ਜਾਂਦਾ ਹੈ। ਫਿਰ ਸਾਧ ਸੰਗਤ ਜਪਜੀ ਸਾਹਿਬ ਵੀ ਉੱਥੇ ਨਹੀਂ ਜਾਂਦਾ, ਅੰਦਰ ਰਸਨਾ ਤੋਂ ਵਾਪਸ ਆ ਜਾਂਦਾ। ਫਿਰ ਉੱਥੇ ਹੋਰ ਵੀ ਸਾਰੇ ਕੰਮਕਾਰ ਜਿਹੜੇ ਅੰਦਰ ਨਹੀਂ ਬਹਿੰਦੇ ਮਨੁੱਖ ਦੇ। ਨਾ ਉਹਦੀ ਤਸੀਰ ਬਦਲਦੀ ਹੈ, ਨਾ ਉਹਦਾ ਸੁਭਾਅ ਬਦਲਦਾ ਹੈ। ਉਹ ਸਾਰੀ ਉਮਰ ਇਸੇ ਤਰ੍ਹਾਂ ਗੁਜ਼ਾਰ ਦਿੰਦਾ ਹੰਕਾਰ ਦੇ ਦੁੱਖ ਵਿੱਚ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਜਿਹੜਾ ਹੰਕਾਰ ਦੇ ਆਸਰੇ ਯਤਨ ਕਰਦਾ ਹੈ ਔਰ ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਉਹਦੇ ਕੀਤੇ ਹੋਏ ਕਰਤੱਵ ਉਸ ਅਕਾਲ ਪੁਰਖ ਦੇ ਵਾਹਿਗੁਰੂ ਦੇ ਵੱਡੇ ਤਾਕਤ ਦੇ ਸਾਹਮਣੇ ਵਿਅਰਥ ਹੋ ਜਾਂਦੇ ਨੇ, ਛੋਟੇ ਪੈ ਜਾਂਦੇ ਨੇ। ਜੋ ਅਹੰਕਾਰ ਦੇ ਆਸਰੇ ਤੇ ਸਿਰਫ ਆਪਣੇ ਰਸਤੇ ਤੇ ਤੁਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਰੈ ਨਾ ਰਾਖੈ ਅਵਰ ਨਾ ਕੋਈ। ਸਭ ਤੋਂ ਵੱਡਾ ਖਤਰਾ ਬੰਦੇ ਨੂੰ ਇਹੀ ਹੈ, ਇਸ ਤੋਂ ਵੱਡਾ ਹੋਰ ਕੁਝ ਵੀ ਨਹੀਂ। ਜਦੋਂ ਜਦੋਂ ਜੀਵ ਪੈਦਾ ਕੀਤਾ ਇਹ ਖਤਰਾ ਕੁਦਰਤ ਨੇ ਉਹਦੇ ਵਿੱਚ ਜ਼ਰੂਰਤ ਲਈ ਭਰਿਆ ਹੈ, ਤਾਂ ਕਿ ਹਰ ਇੱਕ ਸਰੀਰ ਧਾਰੀ ਆਪਣੇ ਸਰੀਰ ਨੂੰ ਬਚਾ ਕੇ ਰੱਖੇ। ਪਰ ਇਹ ਸਹਿਜੇ ਸਹਿਜੇ ਜਿਹੜੀ ਬਿਰਤੀ ਸੀ ਨਾ, ਡਰ ਬਣ ਗਈ, ਸਹਿਜੇ ਸਹਿਜੇ ਭੈ ਦਾ ਰੂਪ ਧਾਰਨ ਕਰ ਗਈ। ਇਹ ਭੈ ਸਾਰੇ ਜਗਤ ਤੇ ਛਾਇਆ ਹੋਇਆ ਕਿ ਖਤਰਾ ਜਿਹੜਾ ਹੈ ਉਹਨੂੰ ਮੌਤ ਦਾ ਖਤਰਾ ਦਿਨ ਰਾਤ ਬਣਿਆ ਰਹਿੰਦਾ ਕਿ ਮੈਂ ਕਿਤੇ ਖਤਮ ਨਾ ਹੋ ਜਾਵਾਂ। ਇਸ ਖਤਰੇ ਤੋਂ ਸਿਰਫ ਇਸ ਭੈ ਤੋਂ ਮੁਕਤ ਉਹ ਹੀ ਹੋਏ ਜਿਹੜੇ ਅਕਾਲ ਪੁਰਖ ਦੇ ਚਰਨਾਂ ਨਾਲ ਜਿਨ੍ਹਾਂ ਦੀ ਸਾਂਝ ਪੈ ਗਈ। ਬਾਕੀ ਸਾਰੇ ਇਸ ਭੈ ਦੇ ਵਿੱਚ ਫਸੇ ਰਹੇ, ਇਸ ਭੈ ਤੋਂ ਮੁਕਤ ਹੋ ਗਏ। ਇਸ ਕਰਕੇ ਜਿਨ੍ਹਾਂ ਨੇ ਤੇ ਉਹਦੇ ਨਾਲ ਸਾਂਝ ਪਾਈ
ਉਹ ਤੇ ਸਾਧ ਸੰਗਤ ਫਿਰ ਗੁਰੂ ਨਾਨਕ ਸਾਹਿਬ ਨੂੰ ਕਿਸੇ ਪੁੱਛਿਆ ਸੀ ਕਿ ਤੁਸੀਂ ਮੌਤ ਤੇ ਜ਼ਿੰਦਗੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੌਤ ਤੇ ਜੀਵਨ ਕੀ ਹੈ? ਜਿਉਣ ਦੀ ਵਕਾਲਤ ਕਰਦੇ ਹੋ? ਤੇ ਸਤਿਗੁਰੂ ਨੇ ਦੋ ਗੱਲਾਂ ਕਹਿ ਦਿੱਤੀਆਂ। ਕਹਿਣ ਲੱਗੇ, ਜਿਹਦਾ ਮਨ ਰੱਬ ਨਾਲ ਸਾਂਝ ਪਾ ਕੇ ਬੈਠ ਗਿਆ, ਉਹਦੇ ਵਿੱਚ ਬਿਰਤੀ ਆਪੇ ਬਣ ਜਾਏਗੀ ਕਿ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਜਿੰਨਾ ਚਿਰ ਜੀਵਨ ਮਿਲਿਆ ਉਹਨਾਂ ਚਿਰ ਉਹ ਜਿਉਣ ਲਈ ਰਾਜੀ ਹੈ। ਇਹ ਵੀ ਨਹੀਂ ਕਿ ਉਹ ਜੀਵਨ ਖਤਮ ਕਰਨਾ ਚਾਹੁੰਦਾ, ਤੇ ਮਰਨ ਦੀ ਉਹਨੂੰ ਚਿੰਤਾ ਨਹੀਂ। ਜਦੋਂ ਖਤਮ ਹੋਣਾ ਉਦੋਂ ਉਹਦੇ ਨਾਲ ਸਹਿਮਤ ਹੋ ਜਾਏਗਾ। ਹੁਣ ਐਸੇ ਵਿਅਕਤੀ ਨੂੰ ਦੁਖੀ ਕਿਵੇਂ ਕੀਤਾ ਜਾ ਸਕਦਾ? ਦੁੱਖ ਤੇ ਸਿਰਫ ਮੌਤ ਦਾ, ਖਤਮ ਹੋ ਜਾਣ ਦਾ। ਪਰ ਜਿਹਦੇ ਵਿੱਚ ਉਹ ਅਕਾਲ ਪੁਰਖ ਉਸ ਆਦ ਸੱਚ, ਜੁਗਾਦ ਸੱਚ ਨੂੰ ਟਿਕਾ ਦਿੰਦਾ ਹੈ, ਉਹਦੇ ਵਿੱਚ ਇਹ ਸਮਝ ਤੇ ਉੱਚਾ ਗਿਆਨ, ਵਿਵੇਕ, ਬੁੱਧੀ ਆ ਜਾਂਦੀ, ਜਿਹਦੇ ਵਿੱਚ ਉਹ ਵੇਖ ਲੈਂਦਾ ਹੈ ਕਿ ਮਾਰੈ ਨਾ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਇਹ ਜਿਹੜੇ ਜੀਵ ਹਨ, ਜਿੰਨਾ ਚਿਰ ਉਹਨੇ ਇਹਨਾਂ ਨੂੰ ਜਿੰਦਾ ਰੱਖਣਾ, ਇਹਨਾਂ ਦੀ ਰੱਖਿਆ ਉਹ ਆਪ ਕਰੀ ਜਾਂਦਾ, ਆਪ ਇਹਨਾਂ ਦੀ ਸਹਾਇਤਾ, ਆਪ ਇਹਨਾਂ ਦੀ ਸਿਕਿਉਰਿਟੀ ਕਰਦਾ, ਇਹਨਾਂ ਨੂੰ ਵੇਖਦਾ ਰਹਿੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਾਹੇ ਸੋਚ ਕਰਹਿ ਰੇ ਪ੍ਰਾਣੀ। ਇਹ ਸਾਰਾ ਜਿਹੜਾ ਅੰਕ ਹੈ ਸਿਰਫ ਸੋਚ ਕਰਨ ਵਾਲੇ ਤੇ ਉਚਾਰਿਆ, ਚਿੰਤਾ ਕਰਨ ਵਾਲੇ ਤੇ ਉਚਾਰਿਆ। ਕਿਉਂਕਿ ਜਿਹੜੀ ਤਾਕਤ ਨਾਲ ਅਸੀਂ ਚਿੰਤਾ ਕਰਦੇ ਰਹਿੰਦੇ ਹਾਂ, ਸਤਿਗੁਰੂ ਕਹਿੰਦੇ ਉਹਨੂੰ ਬਦਲਦੇ ਇੱਕੋ ਹੀ ਤਾਂ ਚੀਜ਼ ਹੈ, ਉਹਦੇ ਨਾਲ ਚਿੰਤਨ ਕਰ ਲੈ। ਚਿੰਤਾ ਦੇ ਥਾਂ ਤੇ ਚਿੰਤਨ ਕਰ, ਫਿਰ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਏਗੀ। ਜਿਨ੍ਹਾਂ ਨੇ ਉਹਦਾ ਚਿੰਤਨ ਕੀਤਾ, ਉਹਨੂੰ ਚੇਤੇ ਕੀਤਾ, ਉਹਨਾਂ ਦੀ ਸੋਚ, ਚਿੰਤਾ, ਫਿਕਰ, ਤਣਾਵ, ਉਦਾਸੀ, ਗਮ, ਇਹ ਸਾਰੀਆਂ ਚੀਜ਼ਾਂ ਚਿੰਤਨ ਨੇ ਖਤਮ ਕਰ ਦਿੱਤੀਆਂ। ਸਹਾਰਾ ਮਿਲ ਗਿਆ ਅੰਦਰੋਂ। ਇਸ ਕਰਕੇ ਸਾਹਿਬ ਕਹਿੰਦੇ, ਤੂੰ ਕਿਉਂ ਸੋਚ ਕਰਨਾ ਹੈ ਆਪਣੇ ਜੀਵਨ ਦੇ ਵਿੱਚ? ਆਪਣੇ ਜੀਵਨ ਦੀ ਚਿੰਤਾ ਕਿਉਂ ਕਰਨਾ ਹੈ? ਤੂੰ ਆਪਣਾ ਜੀਵਨ ਪ੍ਰਭੂ ਨੂੰ ਸੌਂਪ। ਜੇ ਤੇਰੇ ਵਿੱਚ ਇਹ ਵਿਚਾਰ ਪੈਦਾ ਹੋ ਜਾਏ, ਰਹਿਮਤ ਹੋ ਜਾਏ ਕਿ ਤੂੰ ਇਸ ਢੰਗ ਦੇ ਨਾਲ ਤੁਰੇ, ਜਿਹਨੂੰ ਸਾਹਿਬ ਕਹਿੰਦੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚਣਾ ਬੜਾ ਔਖਾ ਹੈ, ਪਰ ਇਹਦੇ ਤੋਂ ਬਿਨਾਂ ਕਾਰਜ ਰਾਸ ਨਹੀਂ ਹੁੰਦੇ। ਮਨ ਦੇ ਦੇ, ਉਸ ਨੂੰ ਆਪੇ ਸੌਂਪ ਲਏਗਾ, ਆਪੇ ਤੇਰਾ ਜੀਵਨ ਵੇਖ ਲਏਗਾ। ਸਤਿਗੁਰੂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਫਿਰ ਜਦੋਂ ਉਹਦੇ ਚਰਨਾਂ ਵਿੱਚ ਜੁੜ ਗਿਆ ਨਾ ਭਗਤ, ਸਧਨਾ ਜੀ ਇੱਕ ਹੋਏ। ਉਹਨਾਂ ਦਾ ਇੱਕੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਕੁਦਰਤੀ ਤੌਰ ਤੇ ਕਈ ਕਿਤੇ ਵਾਪਰਿਆ ਤਾਂ ਉਹਨਾਂ ਨੇ ਇੱਕ ਪਿਆਰ ਭਰੀ ਗੱਲ ਭਗਤ ਜਨਾਂ ਨੇ ਬੜੀ ਸੁੰਦਰ ਉਚਾਰਨ ਕੀਤੀ। ਉਹਦੇ ਵਿੱਚ ਇਹ ਵੀ ਨਹੀਂ ਕਿ ਰੱਬ ਨੂੰ ਇਹ ਕਿਹਾ ਗਿਆ ਵੀ ਤੇਰੇ ਵਿੱਚ ਤਾਕਤ ਨਹੀਂ। ਉਹਦੇ ਵਿੱਚ ਇਹ ਵੀ ਨਹੀਂ ਉਹਨੂੰ ਉਲਾਮਾ ਦਿੱਤਾ ਵੀ ਹੁਣ ਮੈਂ ਤੇਰੀ ਭਗਤੀ ਨਹੀਂ ਕਰਨੀ ਕਿਉਂਕਿ ਤੂੰ ਮੇਰਾ ਕੰਮ ਨਹੀਂ ਕਰਦਾ। ਪਰ ਮਿੱਠੇ ਮਿੱਠੇ ਸ਼ਬਦਾਂ ਦੇ ਵਿੱਚ ਵਾਹਵਾ ਚੰਗੀ ਤਰ੍ਹਾਂ ਉਹਦੇ ਕਹਿ ਵੀ ਦਿੱਤਾ ਗਿਆ। ਇਹ ਜਿਹੜੇ ਸ਼ਬਦ ਨੇ ਨਾ, ਜਿੱਥੇ ਭਗਤ ਉਲਾਮਾ ਦੇ ਸਕਦੇ ਉਹਨਾਂ ਦੇ ਅਧਿਕਾਰ ਨੇ, ਸਾਡੇ ਨਹੀਂ। ਅਸੀਂ ਉਲਾਮਾ ਦੇਣ ਜੋਗੇ ਅਜੇ ਹੋਏ ਨਹੀਂ। ਉਲਾਮਾ ਉਹ ਦੇ ਸਕਦਾ ਜਿਹਦੀ ਨਿੱਜੀ ਮਿੱਤਰਤਾ ਹੋਵੇ, ਨਿੱਜੀ ਪਿਆਰ ਹੋਵੇ, ਉਲਾਮਾ ਉੱਥੇ ਦਿੱਤਾ ਜਾ ਸਕਦਾ। ਤਾਂ ਉਹਨਾਂ ਨੇ ਇੱਕ ਸ਼ਬਦ ਉਚਾਰਿਆ ਕਿ ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ। ਹੁਣ ਤੇਰੇ ਗੁਣ ਕੀ ਕਹੀਏ, ਅਸੀਂ ਕੀ ਗਾਈਏ ਜੇ ਸਾਡੀ ਜ਼ਿੰਦਗੀ ਦੇ ਕਰਮ ਹੀ ਨਹੀਂ ਬਦਲਨੇ। ਇੱਕ ਪਾਸੇ ਅਸੀਂ ਕਹਿੰਦੇ ਆ ਵੀ ਤੂੰ ਕਰਮਾਂ ਨੂੰ ਕੱਟ ਦੇਣਾ, ਕਰਮ ਬਦਲਦੇ ਤੇ ਕੋਈ ਨਹੀਂ ਪਏ। ਉਹਨਾਂ ਨੇ ਮਿੱਠੀ ਅਰਦਾਸ ਕੀਤੀ ਹੈ ਥੋੜ੍ਹੀ ਜਿਹੀ, ਜਿਹਦੇ ਵਿੱਚ ਲੱਗਦਾ ਤਰਕ ਹੈ, ਲੱਗਦਾ ਗਿਆਨ ਹੈ। ਕਹਿਣ ਲੱਗੇ ਤੇਰੇ ਗੁਣ ਕੀ ਕਹੀਏ। ਇਹ ਵੀ ਸੱਚ ਹੈ ਵੀ ਤੂੰ ਲੋਕਾਂ ਦੇ ਕਰਮ ਬਦਲ ਦੇਣਾ, ਜਿਹਦੇ ਤੇ ਕਿਰਪਾ ਕਰੇ। ਉਹਨਾਂ ਦੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦੇਣਾ, ਉਹਨਾਂ ਦੀ ਜ਼ਿੰਦਗੀ ਦੀ ਉਦਾਸੀ ਨੂੰ ਖੁਸ਼ੀ ਵਿੱਚ ਬਦਲ ਦੇਣਾ, ਅਸਫਲਤਾ ਨੂੰ ਸਫਲਤਾ ਵਿੱਚ ਬਦਲ ਦੇਣਾ। ਪਰ ਭਗਤ ਜੀ ਕਹਿੰਦੇ ਮੈਂ ਕਿਵੇਂ ਕਹਾਂ, ਮੇਰੀ ਜ਼ਿੰਦਗੀ ਵਿੱਚ ਵਾਪਰੇ ਤੇ ਕਹਾਂ ਨਾ, ਮੈਂ ਇਸ ਤਰ੍ਹਾਂ ਕਿਵੇਂ ਕਹਿ ਦਿਆਂ।
तब गुण कहाँ जगत गुरा, जो कर्म ना नासै। फिर कहंदे सिंह सरन कत जाइए, जो जंबुक ग्रासै। ਸਿੰਘ ਸਰਨ ਦਾ ਅਰਥ ਹੈ ਕੋਈ ਮਨੁੱਖ ਸ਼ੇਰ ਨਾਲ ਮਿੱਤਰਤਾ ਪਾ ਬੈਠਾ। ਸਿੰਘ ਦੇ ਅਰਥ ਨੇ ਸ਼ੇਰ। ਸ਼ੇਰ ਨਾਲ ਉਹਦੀ ਮਿੱਤਰਤਾ ਪੈ ਗਈ ਤੇ ਲੋਕਾਂ ਨੂੰ ਕਹਿੰਦਾ ਫਿਰੇ ਵੀ ਮੇਰੇ ਵੱਲ ਵੇਖ ਕੇ ਹੋਣਾ, ਮੈਂ ਸ਼ੇਰ ਮੇਰਾ ਮਿੱਤਰ ਹੈ। ਕਹਿੰਦੇ ਜਾ ਰਿਹਾ ਸੀ, ਇੱਕ ਗਿੱਦੜ ਨੇ ਉਹਨੂੰ ਅੱਗੋਂ ਘੇਰ ਲਿਆ। ਗਿੱਦੜ ਨੇ ਘੇਰ ਕੇ ਚੌਵਾਂ ਪਾਸਿਓਂ ਉਹਨੂੰ ਕਹਿੰਦੇ ਨੇ ਫੜਨ ਦਾ ਯਤਨ ਕੀਤਾ, ਚੱਕੀਆਂ ਵੱਢਣ ਦਾ ਯਤਨ ਕੀਤਾ। ਉਹਨੇ ਫਿਰ ਆ ਕੇ ਸ਼ੇਰ ਨੂੰ ਕਿਹਾ ਵੀ ਤੇ ਲੋਕ ਤੇ ਕਹਿੰਦੇ ਤੇਰੇ ਨਾਲ ਮੇਰੀ ਮਿੱਤਰਤਾ, ਇੱਧਰ ਗਿੱਦੜ ਮੈਨੂੰ ਵਿਹੜੀ ਫਿਰਦੇ ਨੇ। ਇਸ ਪੰਕਤੀ ਦੇ ਅਰਥ ਇਹ ਨੇ, ਸਿੰਘ ਸਰਨ ਕਤ ਜਾਈਐ, ਜੋ ਜੰਬੁਕ ਗਰਾਸੈ। ਜੰਬੁਕ ਦਾ ਅਰਥ ਹੈ ਗਿੱਦੜ। ਜੇ ਗਿੱਦੜ ਖਾਣ ਲੱਗ ਪੈਣ ਫਿਰ ਸਿੰਘ ਨਾਲ ਸ਼ੇਰ ਨਾਲ ਮਿੱਤਰਤਾ ਦਾ ਕੀ ਫਾਇਦਾ। ਇਹਦੇ ਅਰਥ ਭਗਤ ਜੀ ਕਹਿ ਰਹੇ ਨੇ, ਹੇ ਪ੍ਰਭੂ ਤੇਰੇ ਨਾਲ ਮਿੱਤਰਤਾ ਕਾਹਦੀ ਜੇ ਛੋਟੇ ਮੋਟੇ ਦੁੱਖ ਘੇਰ ਕੇ ਤੁਰੇ ਫਿਰੇ। ਇਹ ਇੱਕ ਪਿਆਰ ਭਰਿਆ ਉਲੰਘ ਹੈ। ਫਿਰ ਉਹਨਾਂ ਨੇ ਇੱਕ ਹੋਰ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਡੂਬ ਮੁਰੇ ਮੁਵੇ ਨੌਕਾ ਮਿਲੇ, ਕਹੋ ਕਾਮ ਨਾ ਆਵੇ। ਕਹਿੰਦੇ ਜਦੋਂ ਮਾਰੀ ਗਏ ਫਿਰ ਕਾਹਦੀ ਮੁਕਤੀ ਦੇਂਗਾ। ਪਹਿਲਾਂ ਦੇ ਸਵਾਦ ਇਸ ਅੱਖ ਨਾਲ ਵੇਖੀਏ ਮੁਕਤੀ ਕੀ ਹੁੰਦੀ। ਮਰਨ ਤੋਂ ਬਾਅਦ ਮੁਕਤੀ ਮਿਲੇਗੀ ਤੇ ਮੈਂ ਇਕੱਲਾ ਵੇਖ ਲਾਂਗਾ, ਸੰਸਾਰ ਨੇ ਕਹਿਣਾ ਪਤਾ ਨਹੀਂ ਮੁਕਤ ਹੋਇਆ ਕਿ ਨਹੀਂ। ਡੂਬ ਮੋਏ ਨੌਕਾ ਮਿਲੇ, ਕਹੋ ਕਾਹੇ ਚੜਾਵੋਂ। ਉਸ ਬੇੜੀ ਤੇ ਕਿਹਨੂੰ ਚੜਾਓਗੇ ਜਦੋਂ ਬੰਦਾ ਡੁੱਬ ਕੇ ਮਰ ਗਿਆ। ਉਦੋਂ ਪਹਿਲਾਂ ਬੇੜੀ ਮਿਲੇ ਡੁੱਬਣ ਤੋਂ ਤਾਂ ਸਵਾਦ। ਤਾਂ ਹੀ ਉਸ ਮੁਕਤੀ ਦੀ ਮੰਗ ਕੀਤੀ ਭਗਤਾਂ ਨੇ ਜਿਹੜੀ ਮੌਤ ਤੋਂ ਪਹਿਲਾਂ ਉਹਨਾਂ ਨੂੰ ਮਿਲੇ, ਤਾਂ ਕਿ ਉਹਨੂੰ ਇਸ ਜੀਵਨ ਵਿੱਚ ਵੇਖ ਸਕਣ ਔਰ ਜੋ ਕੁਝ ਉਹਨਾਂ ਨੇ ਕਿਹਾ ਉਹ ਲੋਕਾਂ ਨੂੰ ਵਿਖਾ ਸਕਣ ਵੀ ਆਹ ਮੁਕਤੀ ਹੁੰਦੀ, ਆਹ ਜੀਵਨ ਹੁੰਦਾ। ਇਸ ਤਰ੍ਹਾਂ ਦੇ ਪਿਆਰ ਭਰੇ ਜਿਹੜੇ ਲਾਂਭੇ ਨੇ ਉਹ ਦਿੱਤੇ ਗਏ ਹਨ ਪਰ ਉਹਨਾਂ ਭਗਤਾਂ ਨੇ। ਇਸ ਕਰਕੇ ਕਹਿੰਦੇ ਕਾਹੇ ਸੋਚ ਕਰੈ ਰੇ ਪ੍ਰਾਣੀ। ਹੇ ਮਨੁੱਖ ਤੂੰ ਆਪਣੇ ਜੀਵਨ ਵਿੱਚ ਸੋਚ ਕਿਉਂ ਕਰਨਾ। ਫਿਰ ਮਹਾਰਾਜ ਹੋਰ ਕੀ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਜਪ ਨਾਨਕ ਪ੍ਰਭ ਅਲਖ ਵਿਡਾਣੀ। ਵਿਡਾਣੀ ਦਾ ਮਤਲਬ ਹੈ ਹੈਰਾਨ ਕਰ ਦੇਣ ਵਾਲਾ। ਉਸ ਹੈਰਾਨ ਕਰ ਦੇਣ ਵਾਲੇ ਅਕਾਲ ਪੁਰਖ ਨੂੰ ਤੂੰ ਜਪਿਆ ਕਰ, ਜਿਹਦੇ ਕਰਤੱਵ ਫਿਰ ਇਸ ਤਰ੍ਹਾਂ ਦੇ ਨੇ ਬੰਦੇ ਨੂੰ ਹੈਰਾਨ ਕਰ ਦਿੰਦੇ ਨੇ। ਉਹ ਸੋਚਦਾ ਕਿ ਇਸ ਤਰ੍ਹਾਂ ਹੋ ਤੇ ਨਹੀਂ ਸੀ ਸਕਦਾ, ਜਿਵੇਂ ਹੋ ਗਿਆ ਉਹ ਇਸ ਤਰ੍ਹਾਂ ਕਰ ਦਿੰਦਾ ਹੈ। ਉਹਨੂੰ ਜਪਣਾ ਚਾਹੀਦਾ। ਕਿੰਨਾ ਕੁ ਜਪਣਾ ਚਾਹੀਦਾ? ਇੱਕ ਵਾਰੀ ਜਪਣਾ ਚਾਹੀਦਾ ਕਿ 2 ਵਾਰੀ, ਜਾਂ ਇੱਕੋ ਵਾਰੀ ਪੜ੍ਹ ਕੇ ਸਮਝ ਲੈਣਾ ਚਾਹੀਦਾ। ਇੱਥੇ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾਮ ਇਹ ਨਹੀਂ ਹੁੰਦਾ ਜਿਹਨੂੰ ਵਾਰ-ਵਾਰ ਜਪੀਏ, ਪਰ ਸਤਿਗੁਰੂ ਨੇ ਇੱਥੇ ਸਪਸ਼ਟ ਕਰ ਦਿੱਤਾ। ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ। 3 ਵਾਰੀ ਕਿਹਾ, ਵਾਰ-ਵਾਰ ਜਪਣਾ ਚਾਹੀਦਾ। ਇੱਥੇ 3 ਵਾਰੀ ਦਾ ਅਰਥ ਇੱਕ ਤੇ ਜਪਣਾ ਚਾਹੀਦਾ ਤੇ ਇੱਕ ਸਰੀਰ ਦੀ ਜਿਹੜੀ ਰਹਿਣ ਸਹਿਣ ਦੀ ਮਰਿਆਦਾ ਹੈ ਉਹਨੂੰ ਠੀਕ ਰੱਖਣਾ ਚਾਹੀਦਾ, ਤੇ ਇੱਕ ਸੰਸਾਰ ਦੇ ਨਾਲ ਜਿਹੜਾ ਵਰਤਨ ਵਰਤਾਨ ਹੈ ਉਹਨੂੰ ਠੀਕ ਕਰਨਾ ਚਾਹੀਦਾ। ਇਹਨੂੰ ਨਾਮ ਕਹਿੰਦੇ ਨੇ ਪੂਰਾ ਖਿਆਲ ਰੱਖਣਾ। 3 ਵਾਰੀ ਬਾਰੰਬਾਰ ਬਾਰ ਤਾਂ ਕਿਹਾ। ਪਹਿਲੀ ਵਾਰ ਦਾ ਮਤਲਬ ਹੈ ਵੀ ਰਸਨਾ ਤੋਂ ਜਪ ਤੇ ਆਪਣੇ ਮਨ ਨਾਲ ਸੁਣ, ਕੰਨਾਂ ਨਾਲ। ਇਹ ਪਹਿਲਾ ਹਿੱਸਾ ਨਾਮ ਦਾ 33%। 33% ਨਾਲ ਚਲੋ ਬੰਦਾ ਪਾਸ ਤੇ ਹੋ ਜਾਂਦਾ, ਪਰ ਸਾਧ ਸੰਗਤ ਅੱਗੇ ਐਡਮਿਸ਼ਨ ਕਿਤੇ ਨਹੀਂ ਮਿਲਦੀ, ਉੱਥੇ ਬੈਠਾ ਰਹਿੰਦਾ। ਇਹ ਇਕੱਲਾ ਜਪੀ ਜਾਂਦੇ ਆ। ਅਗਲਾ 33% ਹੈ ਸਰੀਰ ਦੀ ਮਰਿਆਦਾ ਨੂੰ ਠੀਕ ਕਰ ਲੈਣਾ, ਖਾਣਾ ਪੀਣਾ ਠੀਕ ਕਰਨਾ, ਵੇਖਣਾ ਸੁਣਨਾ ਪਹਿਨਣਾ ਇਹਨੂੰ ਠੀਕ ਕਰ ਲੈਣਾ। ਇਹ ਵੀ ਨਾਮ ਵਿੱਚ ਹੀ ਆਉਂਦਾ ਹੈ। ਜੇ ਠੀਕ ਨਹੀਂ ਕਰਦੇ ਤੇ ਨਾਮ ਨਹੀਂ ਜਪਿਆ ਗਿਆ। ਤੇ ਜਿਹੜਾ ਬਾਕੀ 33% ਤੀਜਾ ਹਿੱਸਾ ਰਹਿ ਗਿਆ, ਉਹਦਾ ਅਰਥ ਹੈ ਅਸੀਂ ਜਿਹੜਾ ਦੂਜਿਆਂ ਨਾਲ ਵਰਤਾਵ ਕਰਨੇ ਆ, ਬਾਜ਼ਾਰ ਦੇ ਵਿੱਚ ਲੈਣ ਦੇਣ ਕਰਨੇ ਆ, ਉਹਦੇ ਵਿੱਚ ਜੇ ਅਸੀਂ ਰਿਸ਼ਵਤ ਲੈਂਦੇ ਆ, ਧੋਖਾ ਦਿੰਦੇ ਆ, ਕਿਸੇ ਦੇ ਮਾਇਆ ਖਾਂਦੇ ਆ, ਉਹ ਜੇ ਕਰਨੇ ਆ ਤੇ ਫਿਰ ਵੀ ਨਾਮ ਸਫਲ ਨਹੀਂ ਹੋਏਗਾ ਪੂਰੀ ਤਰ੍ਹਾਂ, ਫਿਰ ਵੀ ਅਸੀਂ ਅੱਧ ਵਿੱਚ ਰਹਿ ਗਏ। ਇਹ 3 ਵਾਰੀ ਤਾਂ ਕਿਹਾ ਵੀ ਪਹਿਲਾਂ ਜਪ, ਫਿਰ ਸਰੀਰ ਦੀ ਮਰਿਆਦਾ ਠੀਕ ਕਰ, ਤੇ ਫਿਰ ਲੈਣ ਦੇਣ ਬਾਜ਼ਾਰ ਦਾ ਤੇਰਾ ਠੀਕ ਹੋਣਾ ਚਾਹੀਦਾ। ਜਦੋਂ ਇਹ ਤਿੰਨੇ ਹੋ ਜਾਣਗੇ ਤੇ ਉਦੋਂ ਇਹ ਤੁਕ
ਸਾਡੇ ਜੀਵਨ ਵਿੱਚ ਆ ਜਾਏਗੀ, ਜਿਹਨੂੰ ਸਾਹਿਬ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ। ਇਹ ਨਾਮ ਜਪਿਆ ਗਿਆ। ਹੁਣ 3 ਥਾਵਾਂ ਤੇ ਕੰਮ ਹੋ ਗਿਆ। ਜਦੋਂ ਇਹ ਕਰਾਂਗੇ ਤੇ ਮਹਾਰਾਜ ਮਿਲੇਗਾ ਕੀ? ਇਹ ਅਤ ਜ਼ਰੂਰੀ ਨੁਕਤਾ ਹੈ, ਕਿਉਂਕਿ ਧਰਮ ਉਹ ਜਿਹਦੇ ਰਿਜ਼ਲਟ ਸਾਹਮਣੇ ਨਿਕਲ। ਧਰਮ ਤੇ ਉਸੇ ਨੂੰ ਕਵਾਂਗੇ ਨਾ ਵੀ ਕੁਝ ਕੀਤਾ ਤੇ ਸਾਹਮਣੇ ਆਇਆ। ਜੇ ਆਇਆ ਸਾਹਮਣੇ ਕੁਝ ਨਹੀਂ ਤੇ ਉਹ ਧਰਮ ਕਾਹਦਾ ਹੈ? ਕੁਝ ਦਿਸੇ ਤਾਂ ਸਹੀ, ਹਾਂ ਪਹਿਲਾਂ ਕੀਤਾ ਉਸ ਤਰ੍ਹਾਂ ਜਾਏ ਜਿਵੇਂ ਗੁਰੂ ਨੇ ਕਿਹਾ। ਕਹਿੰਦੇ ਜੇ ਤੂੰ ਇਹ 3 ਕੰਮ ਇਕੱਠੇ ਕਰ ਲਏਗਾ ਚੰਗੀ ਤਰ੍ਹਾਂ, ਜਿੰਨਾ ਗੁਰੂ ਨੇ ਕਿਹਾ ਜਪ ਉਹਨਾਂ ਜਪੇਗਾ। ਗੁਰੂ ਨੇ ਆਪਣੇ ਸਿੱਖ ਨੂੰ ਕਿਹਾ ਵੀ 24 ਘੰਟਿਆਂ ਦਾ 10ਵਾਂ ਹਿੱਸਾ ਘੱਟੋ ਘੱਟ ਤੂੰ ਜਪਣਾ। ਇੰਨਾ ਬਹੁਤ ਜੇ ਕੋਈ ਕਰੇ 24 ਘੰਟਿਆਂ ਦਾ 10ਵਾਂ ਹਿੱਸਾ 2.5 ਘੰਟੇ। ਜੇ ਉਹ 2.5 ਤੋਂ ਘੱਟ ਕਰਦਾ ਤੇ ਫਿਰ ਉਹਨੂੰ ਆਸ ਨਹੀਂ ਕਰਨੀ ਚਾਹੀਦੀ ਉਹਨਾਂ ਚੀਜ਼ਾਂ ਦੀ ਜਿਹੜੀਆਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਨੇ। ਇਸ ਲਈ ਸਿੱਖ ਨੂੰ 10ਵੇਂ ਹਿੱਸੇ ਦਾ ਨਿਤਨੇਮ ਦਿੱਤਾ 2.5 ਘੰਟਿਆਂ ਦਾ। ਉਹ 24 ਘੰਟਿਆਂ ਵਿੱਚ ਇਹਨੂੰ ਜ਼ਰੂਰ ਨਿਭਾਏ, ਕਿਵੇਂ ਵੀ ਕਰਕੇ, ਅੱਗੇ ਪਿੱਛੇ ਕਰਕੇ। ਜਦੋਂ ਸਮਾਂ ਮਿਲੇ ਇਹਨੂੰ ਪੂਰਾ ਕਰੇ। ਇਹ ਉਹਦੀ ਮਰਿਆਦਾ ਬਣ ਜਾਂਦੀ ਸ਼ੁਰੂ ਤੋਂ ਲੈ ਕੇ। ਉਹਦੇ ਤੋਂ ਬਾਅਦ ਦੂਸਰਾ ਕੰਮ ਧਾਰਮਿਕ ਕੋਈ ਵੀ ਉਹ ਕਰ ਸਕਦਾ। ਤਾਂ ਕਹਿੰਦੇ ਨੇ ਜੇ ਤੂੰ ਇਹਨੂੰ ਪੂਰੀ ਤਰ੍ਹਾਂ ਕਰੇਗਾ ਮਹਾਰਾਜ ਫਿਰ ਕੀ ਮਿਲੇਗਾ? ਹਜ਼ੂਰ ਕਹਿੰਦੇ ਪੀ ਅੰਮ੍ਰਿਤ, ਪੀ ਫਿਰ ਅੰਮ੍ਰਿਤ ਵਿੱਚੋਂ ਆਪਣੇ ਤੇਰੇ ਸਾਹਮਣੇ ਆ ਜਾਏਗਾ ਅੰਮ੍ਰਿਤ ਦਾ ਕਟੋਰਾ। ਉਸ ਦਾਤ ਨੂੰ ਤੂੰ ਸਾਹਮਣੇ ਵੇਖ ਲਏਗਾ, ਜਿਹਦੀਆਂ ਬੁਝਾਰਤਾਂ, ਜਿਹਦੀਆਂ ਕਹਾਣੀਆਂ ਤੂੰ ਵਿਚਾਰਾਂ ਵਿੱਚ ਸੁਣਨਾ, ਜਿਹਦੇ ਬਾਰੇ ਖਿਆਲ ਚੱਲਦੇ ਰਹਿੰਦੇ। ਕੋਈ ਅੰਮ੍ਰਿਤ ਹੁੰਦਾ ਹੈ, ਬੰਦਾ ਪੀਂਦਾ, ਮਿੱਠਾ ਹੁੰਦਾ, ਉਹ ਤੂੰ ਵੇਖ ਸਕੇਗਾ ਜੇ ਤੂੰ ਇਹ 3 ਕੰਮ ਕੀਤੇ। ਤੇ ਉਸ ਅੰਮ੍ਰਿਤ ਨਾਲ ਫਿਰ ਕੀ ਹੋਵੇਗਾ? 2 ਕੰਮ ਹੋਣਗੇ। 2 ਚੀਜ਼ਾਂ ਕਹਿੰਦੇ ਪੀ ਅੰਮ੍ਰਿਤ। ਜਦੋਂ ਤੂੰ ਇਸ ਤਰ੍ਹਾਂ ਕਰਕੇ ਅੰਮ੍ਰਿਤ ਨੂੰ ਪੀ ਲਏਗਾ, ਇਹ ਮਨ ਤਨ ਧਰਪੀਐ। ਤੇਰਾ ਮਨ ਤੇ ਤਨ ਇਸ ਤਰ੍ਹਾਂ ਸ਼ਾਂਤ ਹੋ ਜਾਏਗਾ ਜਿਵੇਂ ਸੜਦੀ ਬਲਦੀ ਧਰਤੀ ਦੇ ਉੱਤੇ ਮੀਂਹ ਪੈ ਜਾਂਦਾ ਹੈ। ਸ਼ਾਂਤੀ ਆ ਜਾਏਗੀ ਤੇਰੇ ਜੀਵਨ ਵਿੱਚ। ਨਾਮ ਤਨ ਨੂੰ ਵੀ ਸ਼ਾਂਤ ਕਰੇਗਾ, ਉਹਨੂੰ ਵੀ ਟਿਕਾ ਦੇਗਾ, ਉਹਨੂੰ ਵੀ ਆਨੰਦ ਦੇਗਾ ਤੇ ਮਨ ਨੂੰ ਵੀ ਸੁਖੀ ਕਰੇਗਾ। ਕਿਉਂਕਿ ਇਹ ਦੋਵੇਂ ਚੀਜ਼ਾਂ ਆਪਸ ਵਿੱਚ ਮਿਕਸ ਨੇ, ਜੁੜੀਆਂ ਹੋਈਆਂ ਨੇ। ਕਈ ਲੋਕ ਕਹਿੰਦੇ ਨੇ ਮਨ ਵਿੱਚ ਸਿੱਖੀ ਰੱਖੋ, ਤਨ ਦਾ ਕੀ ਹੈ? ਮਨ ਵਿੱਚ ਸਿੱਖੀ ਰੱਖੋ, ਤਨ ਵਿੱਚ ਸਿੱਖੀ ਕਰਨ ਦੀ ਕੀ ਲੋੜ ਹੈ? ਇਹ ਅਸੀਂ ਇਸ ਤਰ੍ਹਾਂ ਕਹਿੰਦੇ ਆ ਵੀ ਇੱਕ ਭਾਂਡੇ ਦੇ ਵਿੱਚ ਦੁੱਧ ਪਿਆ ਹੈ, ਉਹ ਕਹਿੰਦੇ ਨੇ ਦੁੱਧ ਨੂੰ ਗਰਮ ਕਰੋ, ਗਲਾਸ ਗਰਮ ਨਾ ਕਰਿਆ ਜੇ। ਕਿਵੇਂ ਹੋ ਸਕਦਾ? ਗਲਾਸ ਦੇ ਵਿੱਚ ਦੁੱਧ ਹੈ, ਦੁੱਧ ਦਾ ਪ੍ਰਭਾਵ ਗਲਾਸ ਤੇ ਪੈਣਾ ਤੇ ਗਲਾਸ ਦਾ ਪ੍ਰਭਾਵ ਦੁੱਧ ਤੇ ਪੈਣਾ। ਦੋਵੇਂ ਇਕੱਠੇ ਨੇ, ਉਹਨਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ। ਇਹ ਸਾਡੀ ਜਿਹੜੀ ਸ਼ਬਦਾਵਲੀ ਹੈ ਨਾ, ਬਈ ਮਨ ਵਿੱਚ ਅਸੀਂ ਸਿੱਖ ਹਾਂ, ਸਾਨੂੰ ਕੀ ਲੋੜ ਹੈ ਕੇਸ ਰੱਖਣ ਦੀ, ਸਾਨੂੰ ਕੀ ਲੋੜ ਹੈ ਸਰੀਰ ਦੀ ਸਿੱਖੀ ਧਾਰਨ ਕਰਨ ਦੀ। ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਆਦਮੀ ਚੁੱਲ੍ਹ ਤੇ ਦੁੱਧ ਗਰਮ ਕਰਨ ਲੱਗੇ, ਉਹ ਕਵੇ ਮੈਂ ਦੁੱਧ ਕਰਨ ਵਾਲਾ ਜਿਹੜਾ ਭਾਂਡਾ ਹੈ ਉਹ ਨਹੀਂ ਗਰਮ ਕਰਨਾ, ਮੈਂ ਸਿੱਧਾ ਵਿੱਚੋਂ ਦੁੱਧ ਹੀ ਗਰਮ ਕਰਨਾ ਹੈ। ਦੁੱਧ ਕਿਵੇਂ ਗਰਮ ਹੋਏਗਾ? ਭਾਂਡਾ ਗਰਮ ਕਰਨਾ ਪਏਗਾ। ਪਹਿਲਾਂ ਬਰਤਨ ਗਰਮ ਹੋਏਗਾ ਤੇ ਉਹਦੀ ਗਰਮੈਸ਼ ਦੁੱਧ ਨੂੰ ਉਬਾਲੇਗੀ। ਯਾਦ ਰੱਖਣਾ, ਪਹਿਲਾਂ ਸਰੀਰ ਧਰਮੀ ਹੋਵੇਗਾ ਤੇ ਫਿਰ ਧਰਮ ਦਾ ਸੇਕ ਮਨ ਤੱਕ ਜਾਏਗਾ, ਉਸ ਤੋਂ ਪਹਿਲਾਂ ਨਹੀਂ ਜਾ ਸਕਦਾ। ਸਰੀਰ ਤੋਂ ਸ਼ੁਰੂ ਹੋਏਗੀ। ਤੁਸੀਂ ਕਿਤੇ ਨਹੀਂ ਵੇਖਿਆ ਹੋਏਗਾ ਭਾਂਡਾ ਠੰਡਾ ਹੋਵੇ ਤੇ ਦੁੱਧ ਗਰਮ ਹੋ ਜਾਏ। ਇਸ ਕਰਕੇ ਦੋਵੇਂ ਚੀਜ਼ਾਂ ਜੁੜੀਆਂ ਹੋਈਆਂ ਨੇ। ਜਿਨ੍ਹਾਂ ਨੇ ਧਰਮ ਕਮਾਉਣਾ ਉਹਨੂੰ ਪਹਿਲਾਂ ਤਨ ਜਿਹੜਾ ਸਰੀਰ ਉਹ ਧਾਰਮਿਕ ਕਰਨਾ ਪਏਗਾ, ਉਹਦੇ ਤੋਂ ਬਾਅਦ ਮਨ ਤੇ ਧਰਮ ਜਾਏਗਾ ਉਸ ਤੋਂ ਪਹਿਲਾਂ, ਕਿਉਂਕਿ ਦਰਵਾਜ਼ਾ ਹੀ ਇਹ ਹੈ। ਤੇ ਵਿੱਚ ਗੁਰੂ ਚਾਹੀਦਾ, ਗੁਰੂ ਤੋਂ ਬਿਨਾਂ ਦੋਵੇਂ ਚੀਜ਼ਾਂ ਦਰੁਸਤ ਨਹੀਂ ਹੁੰਦੀਆਂ। ਜਿਹਨੂੰ ਸਾਹਿਬ ਬੜੇ ਪਿਆਰੇ ਸ਼ਬਦਾਂ ਵਿੱਚ ਬਾਣੀ ਵਿੱਚ ਕਹਿੰਦੇ ਨੇ ਕਿ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਮਨ ਕੋਠਾ ਤਨ ਛੱਤ, ਮਨ ਤੇ ਤਨ ਦੋਵੇਂ ਜੁੜੇ ਹੋਏ ਨੇ। ਮਨ ਕੋਠਾ ਤੇ ਤਨ ਉਹਦੇ ਉੱਤੇ ਛੱਤ ਪਿਆ ਹੋਇਆ, ਦੋਵੇਂ ਜੁੜੇ ਨੇ। ਇਸ ਕਰਕੇ ਕਹਿੰਦੇ ਜਿਹੜਾ ਨਾਮ ਹੈ ਜਦੋਂ ਅੰਮ੍ਰਿਤ ਪੀਤਾ ਜਾਂਦਾ ਇਸ ਤਰ੍ਹਾਂ ਜਪ ਕੇ, ਤਾਂ ਇਹ ਤ੍ਰਿਪਤ ਹੋ ਜਾਂਦੇ, ਰੱਜ ਜਾਂਦੇ ਨੇ। ਪੀ ਅੰਮ੍ਰਿਤ ਇਹ ਮਨ ਤਨ ਤ੍ਰਿਪੀਐ। ਹਜ਼ੂਰ ਕਹਿੰਦੇ ਨਾਮ ਰਤਨ ਜਿਨ ਗੁਰਮੁਖ ਪਾਇਆ। ਨਿਸ਼ਾਨੀ ਕੀ ਹੈ ਕਿ ਇਹਨੂੰ ਨਾਮ ਦਾ ਰਤਨ ਲੱਭ ਗਿਆ? ਇਹਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਜਿਸ ਗੁਰਮੁਖ ਨੇ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਰਤਨ ਲੱਭ ਲਿਆ ਹੈ, ਪਾਇਆ ਹੈ, ਪ੍ਰਾਪਤ ਕਰ ਲਿਆ, ਉਹਦੀ ਨਿਸ਼ਾਨੀ ਇਹ ਹੋਵੇਗੀ ਕਿ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ।
ਉਹਨੂੰ ਹੋਰ ਕੁਝ ਦਿਸੇਗਾ ਹੀ ਨਹੀਂ। ਬਾਕੀ ਚੀਜ਼ਾਂ ਛੋਟੀਆਂ ਪੈ ਜਾਣਗੀਆਂ, ਕਿਸੇ ਚੀਜ਼ ਦੀ ਖਿੱਚ ਨਹੀਂ ਪੈਗੀ ਉਹਨੂੰ ਸੰਸਾਰ ਦੀ। ਇਹ ਨਿਸ਼ਾਨੀ ਉਹਨੂੰ ਨਾਮ ਰਤਨ ਲੱਭ ਪਿਆ। ਸਾਨੂੰ ਵੀ ਪਤਾ ਲੱਗ ਸਕਦਾ ਵੀ ਲੱਭਾ ਕਿ ਨਹੀਂ ਸਾਨੂੰ। ਕਈ ਵਾਰੀ ਆਪਾਂ ਐਵੇਂ ਕਹੀ ਜਾਂਦੇ ਹਾਂ ਨਾਮ ਮੇਰੇ ਵਿੱਚ ਚੱਲ ਪਿਆ ਜੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਦੱਸ ਦਿੰਦੇ ਨੇ ਵੀ ਨਾਮ ਤੇਰੇ ਵਿੱਚ ਚੱਲਿਆ ਕਿ ਨਹੀਂ ਚੱਲਿਆ। ਕੱਲੀ ਆਵਾਜ਼ ਗੂੰਜੀ ਜਾਣੀ ਨਾਮ ਨਹੀਂ ਹੁੰਦਾ। ਖਿਆਲ ਰੱਖਣਾ ਚੰਗੀ ਗੱਲ ਹੈ। ਉਹ ਗੁਰੂ ਸਾਹਿਬ ਕਹਿੰਦੇ ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ। ਹੁਣ ਦੂਜੀਆਂ ਚੀਜ਼ਾਂ ਉਹਨੂੰ ਲੁਭਾਏ ਮਾਨ ਨਹੀਂ ਕਰਦੀਆਂ। ਨਾ ਉਹਨੂੰ ਖਾਣ ਪੀਣ ਦਾ ਬਹੁਤਾ ਰਸ ਹੈ, ਨਾ ਪਹਿਨਣ ਦਾ, ਨਾ ਕੁਝ ਵੇਖਣ ਦਾ, ਨਾ ਸਰੀਰ ਦੀ ਠੰਡ ਗਰਮੀ ਦਾ। ਥੋੜ੍ਹਾ ਜਿਹਾ ਇਹਦੇ ਤੋਂ ਬੇਪਰਵਾਹ ਜਿਹਾ ਹੋ ਜਾਂਦਾ ਹੈ। ਠੀਕ ਹੈ, ਇਹਨਾਂ ਦੀ ਹਿਫਾਜ਼ਤ ਜ਼ਰੂਰ ਕਰਦਾ, ਖਿਆਲ ਰੱਖਣਾ। ਉਹਦੇ ਵਿੱਚ 5 ਗਿਆਨ ਇੰਦਰੀਆਂ ਦੇ ਰਸ ਕੰਟਰੋਲ ਹੋ ਜਾਂਦੇ, ਯਾਨੀ ਕਿ ਤੁੱਛ ਹੋ ਜਾਂਦੇ, ਛੋਟੇ ਪੈ ਜਾਂਦੇ। ਵੇਖਣਾ, ਸੁਣਨਾ, ਸਪਰਸ਼ ਕਰਨਾ ਇਹ ਛੋਟੇ ਰਹਿ ਜਾਂਦੇ। ਇਹ ਨਿਸ਼ਾਨੀ ਹੈ ਕਿ ਨਾਮ ਦਾ ਰਤਨ ਲੱਭ ਪਿਆ। ਤੇ ਜੇ ਸਾਧ ਸੰਗਤ ਜੀ ਅਨਹਦ ਵੀ ਵੱਜੀ ਜਾਂਦਾ ਤੇ ਆਦਮੀ ਝੂਠ ਵੀ ਬੋਲੀ ਜਾਂਦਾ, ਨਾਲ ਮਾਇਆ ਵਾਸਤੇ ਧੋਖਾ ਵੀ ਦੇ ਜਾਂਦਾ। ਫਿਰ ਅਨਹਦ ਆਪਣੇ ਘਰੋਂ ਹੀ ਬਣਾਇਆ ਇਸਨੇ, ਰੱਬ ਦਾ ਨਹੀਂ। ਉਹ ਉਸ ਨਾਮ ਦੀ ਨਿਸ਼ਾਨੀ ਇਹ ਹੈ ਕਿ ਉਹਨੂੰ, ਉਸ ਮਨੁੱਖ ਨੂੰ ਹੋਰ ਕੁਝ ਚੰਗਾ ਨਹੀਂ ਲੱਗੇਗਾ। ਸਭ ਫਿੱਕਾ ਹੋ ਜਾਏਗਾ ਸੰਸਾਰ, ਸਿਰਫ ਇੱਕੋ ਚੰਗਾ ਲੱਗੇਗਾ। ਇਹ ਨਿਸ਼ਾਨੀ ਉਹਨੂੰ ਸਿੱਖੀ ਪ੍ਰਾਪਤ ਹੋ ਗਈ। ਇਸ ਕਰਕੇ ਕਹਿੰਦੇ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ। ਉਹਦੀ ਨਜ਼ਰ ਸੰਸਾਰ ਦੀ ਕਿਸੇ ਵਸਤੂ ਦੇ ਉੱਤੇ ਪਕੜ ਨਹੀਂ ਕਰਦੀ, ਭਾਵ ਉਹਦੇ ਵਿੱਚ ਖੁੱਭਦੀ ਨਹੀਂ। ਔਰ ਫਿਰ ਆਹ 2-3 ਚੀਜ਼ਾਂ ਨੇ ਨਾ ਜਿਹਦੇ ਵਿੱਚ ਸੰਸਾਰ ਫਸਿਆ। ਪਹਿਲਾ ਹੈ ਧਨ, ਦੂਸਰਾ ਹੈ ਹੁਸਨ ਰੂਪ, ਤੇ ਤੀਸਰਾ ਰੰਗ। ਇਹਨਾਂ ਤਿੰਨਾਂ ਚੀਜ਼ਾਂ ਦੀ ਤ੍ਰਿਪਤੀ ਨਾਮ ਵਿੱਚੋਂ ਉਹ ਮਨੁੱਖ ਕਰ ਲੈਂਦਾ ਹੈ। ਹਜ਼ੂਰ ਕਹਿੰਦੇ ਨਾਮ ਧਨ ਨਾਮੋ ਰੂਪ ਰੰਗ। ਉਸ ਨਾਮ ਦੇ ਹੀਰੇ ਵਿੱਚੋਂ ਧਨ ਦਾ ਸੁੱਖ ਵੀ ਲੈ ਲੈਂਦਾ ਹੈ, ਔਰ ਉਹਦੀ ਜਿਹੜੀ ਸੁੰਦਰਤਾ ਹੈ ਉਹ ਵੀ ਇਸ ਨਾਮ ਦੁਆਰਾ ਹੀ ਪੂਰੀ ਹੋ ਜਾਂਦੀ ਹੈ। ਤੇ ਰੰਗ ਸੁੰਦਰਤਾ, ਨਾਮੋ ਸੁਖ, ਹਰ ਨਾਮ ਕਾ ਸੰਗ। ਤੇ ਉਹਦੇ ਵਿੱਚ ਇੱਕ ਹੋਰ ਦਾਤ ਮਿਲ ਜਾਂਦੀ ਹੈ। ਨਹੀਂ ਤੇ ਮਨੁੱਖ ਦੀ ਇੱਕ ਬੜੀ ਵੱਡੀ ਮੁਸੀਬਤ ਹੈ, ਉਹਨੂੰ ਜ਼ਿੰਦਗੀ ਲੰਘਾਉਣ ਵਾਸਤੇ ਕੋਈ ਨਾ ਕੋਈ ਸੰਗੀ ਸਾਥੀ ਚਾਹੀਦਾ। ਇਕੱਲਾ ਨਹੀਂ ਰਹਿ ਸਕਦਾ। ਕੋਈ ਮਿੱਤਰ ਸਵੇਰ ਤੋਂ ਸ਼ਾਮ ਤੱਕ ਕਿਸੇ ਨੂੰ ਇਕੱਲਾ ਕਰ ਦਿਓ, ਸ਼ਾਮ ਨੂੰ ਨਿਕਲੇਗਾ ਕੁਦਰਤੀ ਤੌਰ ਤੇ। ਮੁਹੱਲੇ ਗਲੀ ਵਿੱਚ ਲੱਭੇਗਾ ਕਿਸੇ ਨੂੰ, ਆਪਣੀ ਗੱਲ ਦੱਸਣੀ, ਕਿਸੇ ਦੀ ਸੁਣਨੀ। ਅਸਲ ਵਿੱਚ ਇਹ ਲੁਕਵਾਂ ਰੋਗ ਹੈ ਮਨੁੱਖ ਦੇ ਮਨ ਦਾ। ਇਹ ਰੋਗ ਦੀ ਨਿਸ਼ਾਨੀ ਖਬਰ ਦੇ ਰਿਹਾ ਵੀ ਤੂੰ ਇਕੱਲਾ ਨਹੀਂ ਰਹਿ ਸਕਦਾ। ਪੂਰਨ ਅਰੋਗ ਵਿਅਕਤੀ ਉਹ ਹੈ ਜਿਸ ਨੂੰ ਇਕੱਲਾ ਰਹਿਣ ਵਿੱਚ ਕੋਈ ਦਿੱਕਤ ਨਾ ਆਵੇ। ਖਿਆਲ ਰੱਖ, ਉਹ ਸੰਪੂਰਨ ਤੌਰ ਤੇ ਅੰਦਰੋਂ ਰੋਗ ਰਹਿਤ ਹੋ ਗਿਆ। ਜਿੰਨਾ ਚਿਰ ਸਾਡੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ, ਉਹਨਾਂ ਚਿਰ ਕਿਤੇ ਨਾ ਕਿਤੇ ਅੰਦਰ ਨੁਕਸੇ। ਖਿਆਲ ਰੱਖ ਲੈਣਾ, ਉਹ ਇਕੱਲਾ ਰਹਿ ਸਕਦਾ। ਸਤਿਗੁਰੂ ਕਹਿੰਦੇ ਉਹਨੂੰ ਕਿਸੇ ਦੇ ਸੰਗ ਦੀ ਜ਼ਰੂਰਤ ਨਹੀਂ, ਉਹ ਤੇ ਮਜਬੂਰਨ ਸੰਗ ਕਰਦਾ ਕਿਸੇ ਦਾ। ਕਿਸੇ ਨਾਲ ਰਹਿਣਾ ਉਹਦੀ ਮਜਬੂਰੀ, ਇਹ ਰੱਬ ਦਾ ਹੁਕਮ ਹੈ। ਉਹਨੂੰ ਇਸ ਭੀੜ ਭਾੜ ਵਿੱਚ ਰਹਿਣਾ ਪੈਂਦਾ। ਨਹੀਂ ਤੇ ਸਾਧ ਸੰਗਤ ਉਹਦਾ ਤੇ ਉਹਦੇ ਰੱਬ ਦਾ ਸੁਭਾਅ ਇੱਕੋ ਜਿਹਾ ਹੈ। ਦੋਵਾਂ ਵਿੱਚ ਕਿਹੜਾ ਸੁਭਾਅ ਹੈ? ਦੋਵਾਂ ਦੇ ਵਿੱਚ ਇੱਕੋ ਜਿਹੀ ਆਦਤ ਹੈ। ਉਹਦੇ ਗੁਰੂ ਵਿੱਚ, ਰੱਬ ਵਿੱਚ, ਤੇ ਉਸ ਮਨੁੱਖ ਵਿੱਚ। ਉਹ ਕਿਹੜੀ ਆਦਤ? ਜਿਹਨੂੰ ਸਾਹਿਬ ਕਹਿੰਦੇ ਜਿਨ ਉਹ ਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਉਸ ਰੱਬ ਦਾ ਸੁਭਾਅ ਉਹ ਵੱਖਰਾ ਹੋ ਕੇ ਇਕੱਲਾ ਬਹਿ ਕੇ ਸ੍ਰਿਸ਼ਟੀ ਨੂੰ ਵੇਖੀ ਜਾਂਦਾ। ਜਿਹੜਾ ਉਹਦੇ ਨਾਲ ਜੁੜਿਆ ਉਹਦੀ ਪਹਿਲੀ ਮੰਗ ਹੁੰਦੀ ਹੈ ਕਿ ਇਕੱਲਾ ਹੋ ਜਾਵਾਂ। ਇਕਾਂਤ ਨੂੰ ਉਹ ਮੰਨਣਾ ਚਾਹੁੰਦਾ, ਇਕੱਲ ਵਿੱਚ ਰਹਿਣਾ ਚਾਹੁੰਦਾ, ਕਿਉਂਕਿ ਉਹ ਸਫਲ ਵਿਅਕਤੀ ਹੋ ਗਿਆ ਇਸ ਧਰਤੀ ਦਾ। ਸਾਡਾ ਕੋਈ ਜੀਵਨ ਨਹੀਂ, ਅਸੀਂ ਤੇ ਦੂਰੋਂ ਬਾਹਰੋਂ ਸਪੋਰਟਾਂ ਲੱਭਦੇ ਫਿਰਨੇ ਹਾਂ ਜੀਵਨ ਨੂੰ ਅੱਗੇ ਧੱਕਣ ਵਾਸਤੇ। ਅਸੀਂ ਕਹਿੰਦੇ ਹਾਂ ਕਿਸੇ ਤਰ੍ਹਾਂ ਅੱਜ ਦਾ ਦਿਨ ਨਿਕਲ ਜਾਏ, ਬਾਹਰੋਂ ਕਿਸੇ ਨਾਲ ਕੋਈ ਨਾ ਕੋਈ ਸਹਾਇਤਾ ਲੈ ਲਈ। ਉਹਨੂੰ ਕਿਸੇ ਚੀਜ਼ ਦੀ ਬਾਹਰੋਂ ਜ਼ਰੂਰਤ ਨਹੀਂ ਰਹਿੰਦੀ। ਉਹ ਸੰਪੰਨ ਵਿਅਕਤੀ ਹੈ ਪੂਰਾ। ਜਾਂ ਇੱਥੋਂ ਤੱਕ ਕਹਿ ਦਿਓ ਉਹਨੂੰ ਆਪਣੇ ਤਨ ਦੀ ਵੀ ਲੋੜ ਨਹੀਂ ਰਹਿੰਦੀ। ਉਹ ਵੀ ਨਾ ਰਹੇ ਤੇ ਉਹਨੂੰ ਤਾਂ ਵੀ ਕੋਈ ਪਰਵਾਹ ਨਹੀਂ। ਉਦਣ ਆਦਮੀ ਸਫਲ ਹੁੰਦਾ ਪੂਰਾ। ਸਰੀਰ ਤੋਂ ਵੀ ਬੇਪਰਵਾਹ ਹੋ ਗਿਆ ਵੀ ਜੇ ਰਹਿੰਦਾ ਰਵੇ, ਜਾਂਦਾ ਜਾਏ। ਹੁਣ ਉਹ ਵਿਅਕਤੀ ਪੂਰਾ ਮੁਕਤ। ਉਹਨੂੰ ਕਹਿੰਦੇ ਨੇ ਜੀਵਨ ਮੁਕਤ ਸੋ ਕਹਾਵੈ। ਤਾਂ
ਭਾਵੇਂ ਕਿ ਇਹ ਜੋ ਮੈਂ ਵਿਆਖਿਆ ਕੀਤੀ ਸਾਰੇ ਸੰਸਾਰ ਵਿੱਚ ਨਹੀਂ ਵਾਪਰੇਗੀ, ਨਾ ਕਦੀ ਵਾਪਰੀ ਹੈ, ਪਰ ਮੈਂ ਸਿਰਫ ਉਸ ਪੂਰਨ ਪੁਰਖ ਦੀ ਵਿਆਖਿਆ ਗੁਰਬਾਣੀ ਵਿੱਚੋਂ ਆਪ ਜੀ ਨਾਲ ਸਾਂਝੀ ਕਰ ਰਿਹਾ ਕਿ ਨਾਮੋ ਸੁਖ ਹਰ ਨਾਮ ਕਾ ਸੰਗ, ਉਹਦਾ ਸੰਗ ਨਾਮ ਨਾਲ ਰਹਿੰਦਾ, ਦਿਨ ਰਾਤ ਨਾਮ ਉਹਦੇ ਨਾਲ ਰਹਿੰਦਾ। ਹਜ਼ੂਰ ਕਹਿੰਦੇ ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮਹਿ ਨਾਮ ਸਮਾਨੇ। ਜਿਹੜੇ ਗੁਰਮੁਖ ਨਾਮ ਰਸ ਨੂੰ ਪੀ ਕੇ ਤ੍ਰਿਪਤ ਹੋ ਗਏ, ਰੱਜ ਗਏ, ਉਹਨਾਂ ਦਾ ਮਨ ਤੇ ਤਨ ਨਾਮ ਦੇ ਵਿੱਚ ਹੀ ਸਮਾ ਜਾਂਦਾ। ਉਹਨਾਂ ਨੂੰ ਆਪਣੇ ਸਰੀਰ ਦਾ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਹੈ ਕਿ ਨਹੀਂ, ਇੰਜ ਲੱਗਦਾ ਜਿਵੇਂ ਨਾਮ ਹੀ ਹੈ ਸਾਰਾ ਕੁਝ। ਉਹਨਾਂ ਦਾ ਮਨ ਤੇ ਤਨ ਨਾਮ ਦੇ ਵਿੱਚ ਉਹਦਾ ਰੂਪ ਹੀ ਧਾਰਨ ਕਰ ਜਾਂਦਾ ਹੈ। ਮਨ ਤਨ ਨਾਮੈ ਨਾਮ ਸਮਾਨੇ। ਹਜ਼ੂਰ ਕਹਿੰਦੇ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਹਨਾਂ ਦੇ ਜੀਵਨ ਵਿੱਚ ਉੱਠਣਾ ਵੀ ਨਾਮ, ਬੈਠਣਾ ਵੀ ਨਾਮ, ਸੌਣਾ ਵੀ ਨਾਮ, ਔਰ ਜੋ ਕੁਝ ਵੀ ਉਹ ਕਰਦੇ ਨੇ, ਪਹਿਨਣ ਖਾਣਾ ਪੀਣਾ, ਕੋਈ ਵੀ ਉਹ ਗੱਲ ਕਰਨਗੇ ਉਹਦੇ ਵਿੱਚ ਨਾਮ ਹੀ ਹੈ, ਕਿਉਂਕਿ ਉਹਦਾ ਰੂਪ ਜਦੋਂ ਜੜ ਉਹਦੇ ਨਾਲ ਜੁੜ ਗਈ, ਬਾਕੀ ਕਿਰਿਆਵਾਂ ਸਾਰੀਆਂ ਆਪੇ ਉਹਦਾ ਰੂਪ ਧਾਰਨ ਕਰ ਗਈਆਂ। ਇਸ ਕਰਕੇ ਕਹਿੰਦੇ ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਉਂ ਜਾਣੋ ਕਿ ਉਹਦਾ ਇਹ ਧੰਦਾ ਹੋ ਜਾਂਦਾ। ਜਿਵੇਂ ਕੋਈ ਕੰਮ ਕਰਨ ਵਾਲਾ ਵਿਅਕਤੀ ਸਵੇਰੇ ਉੱਠਦਿਆਂ ਸਾਰ ਕਾਹਲੀ ਕਾਹਲੀ ਤੇਜ਼ੀ ਨਾਲ ਤਿਆਰ ਹੋ ਕੇ ਆਪਣੇ ਕੰਮ ਵੱਲ ਤੁਰਦਾ ਹੈ, ਉਹਦੀ ਖਿੱਚ ਰਹਿੰਦੀ ਉਸ ਨੂੰ ਵੀ ਦੌੜ ਕੇ ਕਰਾਂ। ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਇੱਧਰ ਜੁੜ ਜਾਂਦੇ, ਉਹਨਾਂ ਦਾ ਇਉਂ ਸਮਝੋ ਕਿ ਇੱਕ ਕਾਰੋਬਾਰ ਹੋ ਗਿਆ, ਧੰਦਾ ਹੋ ਗਿਆ, ਕੰਮ ਹੋ ਗਿਆ। ਕਹੋ ਨਾਨਕ ਜਨ ਕੈ ਸਦ ਕਾਮ। ਉਹਨਾਂ ਦੀ ਫਿਰ ਇੱਕ ਇੱਛਾ ਬਣ ਜਾਂਦੀ, ਜੀਵਨ ਬਣ ਜਾਂਦਾ, ਜਿਹਨੂੰ ਸਾਹਿਬ ਕਹਿੰਦੇ ਬੋਲੋ ਜਸ ਜਿਹਵਾ ਦਿਨ ਰਾਤ। ਉਹ ਆਪਣੀ ਅੰਦਰਲੀ ਮਨ ਦੀ ਤੇ ਸਰੀਰ ਦੀ ਜੀਭਾ ਨਾਲ, ਰਸਨਾ ਨਾਲ ਅਕਾਲ ਪੁਰਖ ਦੀ ਉਸਤਤ ਹੀ ਨਿਰੰਤਰ ਕਰੀ ਜਾਂਦੇ ਨੇ। ਹੋਰ ਕੋਈ ਕੰਮ ਨਹੀਂ ਰਹਿੰਦਾ ਉਹਨਾਂ ਨੂੰ। ਉਹਨਾਂ ਤੇ ਇਹ ਰਹਿਮਤ ਹੋ ਜਾਂਦੀ ਹੈ। ਜਿਵੇਂ ਕਿ ਆਪਾਂ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੈ। ਇਹ ਉਹ ਹੀ ਜਾਣ ਸਕਦਾ ਜਿਹਨੂੰ ਤੂੰ ਆਪ ਵਿੱਚ ਵਰਤ ਕੇ ਜਣਾ ਦੇਵੇਂ, ਸਮਝਾ ਦੇਵੇਂ। ਫਿਰ ਉਹ ਕੰਮ ਕੀ ਕਰਦਾ? ਕਹਿਣ ਲੱਗੇ ਹਰ ਗੁਣ ਸਦ ਹੀ ਆਖ ਵਿਖਾਣਾ, ਹੋਰ ਕੋਈ ਕੰਮ ਨਹੀਂ ਰਹਿੰਦਾ ਉਹਨੂੰ। ਕਈ ਵਾਰੀ ਲੋਕ ਉਹਨੂੰ ਕਹਿ ਵੀ ਦਿੰਦੇ ਵੀ ਇਹਨੂੰ ਹੋਰ ਕੋਈ ਕੰਮ ਨਹੀਂ, ਬਸ ਇੱਕੋ ਕੰਮ ਰਹਿ ਗਿਆ, ਹੋਰ ਕੰਮ ਉਹਦੇ ਤੋਂ ਹੋਏਗਾ ਹੀ ਨਹੀਂ। ਉਹਦੀ ਮਜਬੂਰੀ ਹੈ। ਜਿਹੜੇ ਕੰਮ ਵਿੱਚ ਆਦਮੀ ਪਿਆ, ਹੁਣ ਇੱਕ ਆਦਮੀ ਜਿਹੜਾ ਹੈ ਸੰਸਾਰ ਦਾ ਕੰਮ ਕਰਦਾ, ਉਹ ਆਏਗਾ ਗੁਰਦੁਆਰੇ, ਇੱਥੇ ਵੀ ਉਹ ਚੀਜ਼ਾਂ ਲੱਭੇਗਾ ਜਿਹੜੀਆਂ ਬਾਹਰ ਕਰਦਾ। ਜਿਵੇਂ ਦਾ ਉਹਦਾ ਕੰਮ ਹੈ ਉਹ ਉਸੇ ਵਿੱਚ ਉਹਦਾ ਧਿਆਨ ਰਹੇਗਾ। ਇਸ ਕਰਕੇ ਕਹਿੰਦੇ ਉਹ ਦਿਨ ਰਾਤ ਉਹਦਾ ਜਸ, ਉਹਦੀ ਉਸਤਤ ਬੋਲਦੇ ਹਨ। ਬੋਲੋ ਜਸ ਜਿਹਵਾ ਦਿਨ ਰਾਤ। ਤੇ ਜੇ ਉਹਨਾਂ ਨੂੰ ਪੁੱਛਿਆ ਜਾਏ ਵੀ ਇਹ ਜਿਹੜੀ ਦਾਤ ਤੁਹਾਨੂੰ ਕਿਵੇਂ ਮਿਲੀ, ਤੁਸੀਂ ਆਪ ਮਿਹਨਤ ਕੀਤੀ ਹੈ, ਆਪਣੇ ਜੀਵਨ ਦੇ ਵਿੱਚ ਤੁਸੀਂ ਆਪ ਕੁਝ ਕਮਾਇਆ, ਤੇ ਉਹਨਾਂ ਦਾ ਜਵਾਬ ਇਹ ਨਹੀਂ ਹੋਏਗਾ ਕਿ ਅਸੀਂ ਆਪ ਕਮਾਇਆ। ਉਹ ਅੱਗੋਂ ਕਹਿਣਗੇ ਕਿ ਪ੍ਰਭ ਆਪਣੇ ਜਨ ਕੀਨੀ ਦਾਤ। ਇਹ ਜਿਹੜੀ ਦਾਤ ਹੈ ਨਾ, ਇਹ ਪ੍ਰਭੂ ਨੇ ਤਰੁੱਠ ਕੇ ਦਿੱਤੀ ਹੈ। ਇਹਦੇ ਉੱਤੇ ਉਹ ਆਪਣਾ ਦਾਅਵਾ ਨਹੀਂ ਕਰਦੇ, ਆਪਣੀ ਮੋਹਰ ਨਹੀਂ ਲਾਉਂਦੇ। ਔਰ ਇਸ ਰੰਗ ਦੇ ਵਿੱਚ ਕਹਿੰਦੇ ਕਰਹਿ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ। ਉਹਨਾਂ ਦੀ ਆਤਮਾ ਇੱਕ ਖੁਸ਼ੀ ਦਾ ਨਾਚ ਨੱਚਦੀ ਰਹਿੰਦੀ, ਚਾਅ ਵਿੱਚ ਰਹਿੰਦੀ, ਔਰ ਭਗਤੀ ਵਿੱਚ ਜੁੜੇ ਰਹਿੰਦੇ ਨੇ। ਉਹਦੇ ਚਰਨਾਂ ਦੇ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਸਮਾਏ ਰਹਿੰਦੇ ਨੇ। ਹੋਰ ਦਾਤਾਂ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ, ਉਹਦੇ ਵਿੱਚ ਸਾਹਿਬ ਕਹਿੰਦੇ ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਜਿਹਦੀ ਵਿਆਖਿਆ ਆਪਾਂ ਪਹਿਲਾਂ ਕਰ ਚੁੱਕੇ ਹਾਂ। ਜੋ ਹੋਵਾ ਹੋਵਤ ਸੋ ਜਾਣੈ। ਉਹਨਾਂ ਦੀ ਜ਼ਿੰਦਗੀ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਇਸ ਤਰ੍ਹਾਂ ਜਾਣਦੇ ਨੇ ਕਿ ਇਹ ਇਸੇ ਤਰ੍ਹਾਂ ਹੋਣਾ ਹੀ ਸੀ। ਇਸ ਕਰਕੇ ਉਹਨਾਂ ਵਿੱਚ ਕੋਈ ਦੁੱਖ, ਕੋਈ ਪੀੜਾ ਨਹੀਂ ਆਉਂਦੀ। ਪੀੜਾ ਇਹ ਹੈ ਵੀ ਇਹ ਕਿਉਂ ਹੋਇਆ,
ਇਹ ਦਰਦ ਹੈ, ਇਹ ਦੁੱਖ ਹੈ ਜੀਵਨ ਦਾ, ਤਾਂ ਉਹਨਾਂ ਵਿੱਚ ਇਹ ਬਰਕਤ ਆ ਜਾਂਦੀ ਕਿ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਇੱਕ ਰਸ ਸਹਿਮਤ ਹੋ ਕੇ ਤੁਰ ਪੈਂਦੇ। ਇਹਨੂੰ ਹੁਕਮ ਮੰਨਣਾ ਕਹਿੰਦੇ ਨੇ। ਹੁਕਮ ਦੇ ਵਿੱਚ ਰਹਿੰਦੇ ਨੇ। ਜੋ ਕੁਝ ਹੁੰਦਾ ਹੈ ਉਹਦੇ ਵਿਰੁੱਧ ਝੁਰਦੇ ਨਹੀਂ, ਕਲਪਦੇ ਨਹੀਂ। ਇਸ ਕਰਕੇ ਸੁਖ ਨੂੰ ਪ੍ਰਾਪਤ ਕਰ ਲੈਂਦੇ ਨੇ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਵਾਹਿਗੁਰੂ ਦੇ ਹੁਕਮ ਨੂੰ ਉਹ ਪਹਿਚਾਨ ਲੈਂਦੇ ਨੇ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਨੋ। ਹੁਣ ਇਹ ਜਿਹੜੀ ਪੰਕਤੀ ਉਸ ਮਨੁੱਖ ਵਾਸਤੇ ਹੈ ਜਿਹਨੇ ਉੱਪਰ ਵਾਲਾ ਕੰਮ ਕਰ ਲਿਆ, ਜਿਹੜਾ ਹੋਵਤ ਸੋ ਜਾਣੈ, ਜਿਹੜਾ ਨਾਮ ਰਸ ਪੀ ਚੁੱਕਾ ਹੈ, ਉਹਦੇ ਨਾਲ ਜੁੜ ਚੁੱਕਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜੇ ਮੈਂ ਉਹਦੀ ਮਹਿਮਾ ਕਰਨ ਲੱਗਾ ਐਸੇ ਮਨੁੱਖ ਦੀ, ਐਸੇ ਭਗਤ ਦੀ, ਉਹਦੀ ਮਹਿਮਾ ਕੀਤੀ ਨਹੀਂ ਜਾ ਸਕਦੀ, ਵਖਿਆਨ ਨਹੀਂ ਹੋ ਸਕਦਾ। ਰੱਬ ਤੇ ਉਹ ਇੱਕੋ ਜਿਹੇ ਨੇ। ਤਿਸ ਕਾ ਗੁਣ, ਉਹਦਾ ਜਿਹੜਾ ਸੁਭਾਅ ਹੈ, ਕਹਿ ਏਕ ਨਾ ਜਾਨੋ, ਜੇ ਕਹਿਣ ਲੱਗੀਏ ਤੇ ਇੱਕ ਨੂੰ ਵੀ ਨਹੀਂ ਜਾਣਿਆ ਜਾ ਸਕਦਾ। ਇੰਨੇ ਬੇਅੰਤ ਉਹਦੇ ਵਿੱਚ ਬਰਕਤਾਂ ਹੁੰਦੀਆਂ। ਉਹਨਾਂ ਵਿੱਚ ਫਿਰ ਹੋਰ ਦਾਤ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਆਠ ਪਹਿਰ ਪ੍ਰਭ ਬਸੈ ਹਜ਼ੂਰੇ, ਕਹੋ ਨਾਨਕ ਸੇਈ ਜਨ ਪੂਰੇ। ਅੱਠੇ ਪਹਿਰ ਹਜ਼ੂਰੀ ਵਿੱਚ ਰਹਿਣਾ ਬੜੀ ਔਖੀ ਗੱਲ ਹੈ ਸਾਧ ਸੰਗਤ। ਅੱਠੇ ਪਹਿਰ ਰਹਿਣਾ। ਆਪਾਂ 1 ਘੰਟਾ ਰਵਾਂਗੇ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਤੁਸੀਂ ਕਈ ਵਾਰੀ ਵੇਖਿਆ ਹੋਣਾ 2 ਘੰਟਿਆਂ ਦਾ ਦੀਵਾਨ ਹੋਵੇ ਤੇ ਬਸ ਅਸੀਂ ਉਡੀਕਨੇ ਆ ਅਰਦਾਸ ਕਦੋਂ ਹੋਵੇ ਤੇ ਪ੍ਰਸ਼ਾਦ ਵਰਤਦਾ ਵਿੱਚ ਹੀ ਗੱਲਾਂ ਕਰਨ ਲੱਗ ਪੈਂਦੇ ਆ, ਕਿਉਂਕਿ ਉਹ ਬੜੀ ਮੁਸ਼ਕਲ ਨਾਲ ਕੱਢੇ ਨੇ। ਕਿਤੇ ਕਿਤੇ ਸ੍ਰੀ ਅਖੰਡ ਪਾਠ ਸਾਹਿਬ ਟਿਕਿਆ ਹੋਵੇਗਾ ਤੇ ਗੁਰੂ ਕਾ ਪਾਠੀ ਸਿੰਘ ਪਾਠ ਕਰਦੇ ਹੋਣਗੇ, ਸਾਰੇ ਨਹੀਂ ਮੈਂ ਕਹਿ ਰਿਹਾ, ਕੁਝ ਬਖਸ਼ੇ ਹੋਏ ਵੀ ਹੁੰਦੇ ਨੇ। ਉਹ ਜਦੋਂ 2 ਘੰਟੇ ਰੋਲ ਲਾਉਣਗੇ ਨਾ, ਭਾਵੇਂ ਉਹਦੇ ਵਿੱਚ ਬੋਲਿਆ ਜਾ ਰਿਹਾ ਹੈ, ਪਰ ਉਹ 2 ਘੰਟੇ ਗੱਲਾਂ ਬੰਦ ਹੋ ਗਈਆਂ ਜਿਹੜੀਆਂ ਅਸੀਂ ਸਾਰਾ ਦਿਨ ਕਰਨੇ। ਪਾਠ ਚੱਲ ਰਿਹਾ ਸੀ, ਤੁਸੀਂ ਵੇਖੋਗੇ ਉਹ ਪਾਠੀ ਸਿੰਘ ਪਰਤ ਕੇ ਕਮਰੇ ਵਿੱਚ ਆਉਂਦੇ ਨੇ, ਫਿਰ 15 ਮਿੰਟ ਜਿਹੜੀਆਂ 2 ਘੰਟੇ ਗੱਲਾਂ ਬੰਦ ਹੋਈਆਂ ਸਾਰੀਆਂ ਕਰਕੇ ਫਿਰ ਆਰਾਮ ਆਉਂਦਾ। ਜਿਹੜੇ ਜੁੜੇ ਨੇ ਉਹ ਨਹੀਂ ਬੋਲਦੇ, ਉਹ ਤਾਂ ਸਗੋਂ ਉੱਥੇ ਰਸ ਪੀ ਕੇ ਚੁੱਪ ਕਰ ਜਾਂਦੇ ਪਰਤ। ਪਰ ਜਿਵੇਂ ਦੀ ਆਮ ਆਪਣੇ ਵਰਗੇ ਲੋਕਾਂ ਦੀ ਹਾਲਾਤ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਰਹਿੰਦੀ ਕਿ ਉਹਦੇ ਨਾਲ ਰਹਿਣਾ ਔਖਾ ਹੋ ਜਾਂਦਾ। ਸਾਡੇ ਜੀਵਨ ਦੇ ਸਾਰੇ ਰਸ ਬੰਦ ਹੁੰਦੇ ਨੇ। ਇਹ ਥੋੜ੍ਹੀ ਥੋੜ੍ਹੀ ਪ੍ਰੈਕਟਿਸ ਹੈ ਵੀ ਸਿੱਖ 1 ਘੰਟਾ ਰਵੇ ਹਜ਼ੂਰੀ ਵਿੱਚ, 2 ਰਵੇ, ਫਿਰ ਸਹਿਜੇ ਸਹਿਜੇ ਉਹਨੂੰ ਆਦਤ ਬਣ ਜਾਏ ਗੁਰੂ ਨਾਲ ਰਹਿਣ ਦੀ। ਉਹ ਪੂਰੇ ਮਨੁੱਖ ਨੇ ਜਿਹੜੇ 8 ਪਹਿਰ ਹਜ਼ੂਰੀ ਵਿੱਚ ਰਹਿੰਦੇ ਨੇ, ਉਹ ਮਨੁੱਖ ਸੰਪੂਰਨ ਨੇ। ਤੇ ਫਿਰ ਸਤਿਗੁਰੂ ਅਖੀਰ ਤੇ ਕਹਿੰਦੇ ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਨ ਦੇ। ਸਤਿਗੁਰੂ ਕਹਿੰਦੇ, ਹੇ ਮੇਰੇ ਮਨ, ਐਸੇ ਮਨੁੱਖਾਂ ਦੀ ਓਟ ਲੈ। ਓਟ ਦਾ ਕੀ ਭਾਵ ਹੈ? ਆਸਰਾ। ਜਿਵੇਂ ਕਿਸੇ ਥਾਂ ਤੋਂ ਲੰਘਣਾ ਹੋਵੇ ਤੇ ਕਿਸੇ ਕੰਧ ਨੂੰ ਹੱਥ ਪਾ ਲਈਦਾ, ਪਾ ਕੇ ਆਦਮੀ ਲੰਘ ਜਾਂਦਾ, ਕਿਸੇ ਥਾਂ ਵਿੱਚੋਂ ਤਿਲਕਦਾ ਨਹੀਂ, ਡਿੱਗਦਾ ਨਹੀਂ। ਕਹਿੰਦੇ, ਹੇ ਧਰਮ ਦੇ ਮਾਰਗ ਤੇ ਤੁਰਨ ਵਾਲੇ ਮਨੁੱਖ, ਤੂੰ ਜਿਸ ਰਾਹ ਤੇ ਜਾ ਰਿਹਾ ਇਹਦੀਆਂ ਗਲੀਆਂ ਵਿੱਚ ਚਿੱਕੜ ਤੇ ਦੂਰ ਉਹਦਾ ਘਰ ਹੈ, ਤੇ ਤੈਨੂੰ ਚਾਹੀਦਾ ਕਿਸੇ ਨਾ ਕਿਸੇ ਦੀ ਕੰਧ ਨੂੰ ਹੱਥ ਪਾ ਲੈਣਾ। ਮਨ ਮੇਰੇ ਤਿਨ ਕੀ ਓਟ ਲੈ, ਸਾਧ ਸੰਗਤ ਕਰ, ਉਹਨਾਂ ਦੀ ਸੰਗਤ ਵਿੱਚ ਰਹਿ ਜੇ ਤੂੰ ਤੁਰਨਾ ਹੈ। ਨਹੀਂ ਤੇ ਜ਼ਬਾਨੀ ਕਲਾਮੀ ਸਾਧ ਸੰਗਤ ਭੋਜਨ ਪਕਾਉਣਾ ਤੇ ਸੌਖਾ ਹੀ ਕਹਿ ਦਿੱਤਾ ਜੀ ਬੜਾ ਸਵਾਦ ਹੈ, ਛਕ ਲਿਆ, ਜਕਾਰਾ ਛੱਡ ਦਿੱਤਾ, ਬਣਾਇਆ ਨਹੀਂ ਅਜੇ। ਧਰਮ ਕਮਾਉਣਾ ਹੋਰ ਚੀਜ਼ ਹੈ, ਧਰਮ ਬਾਰੇ ਸੋਚ ਲੈਣਾ ਹੋਰ ਚੀਜ਼। ਬਹੁਤ ਵੱਡੀ ਗਿਣਤੀ ਵਿੱਚ ਆਪਾਂ ਐਸੇ ਲੋਕ ਆ ਜਿਨ੍ਹਾਂ ਨੇ ਧਰਮ ਬਾਰੇ ਸੋਚ ਲਿਆ, ਕਲਪਨਾ ਕਰ ਲਈ, ਕੀਤਾ ਨਹੀਂ ਉਸ ਨੂੰ, ਨਾ ਫਿਰ ਉਹ ਤ੍ਰਿਪਤੀ ਆਉਂਦੀ ਹੈ। ਸੁਪਨਿਆਂ ਵਿੱਚ ਜੇ ਕੋਈ ਭੋਜਨ ਖਾਏ ਭਲਾ ਉਹਦੀ ਭੁੱਖ ਹਟੀ ਹੈ? ਸੁਪਨੇ ਵਿੱਚ ਕੋਈ ਬੰਦਾ ਨਹਾਈ ਜਾਏ, ਉਹਦੀ ਗਰਮੀ ਕਦੀ ਖਤਮ ਹੋਈ? ਸੁਪਨਿਆਂ ਵਿੱਚ ਕੋਈ ਧਰਮੀ ਬਣ ਜਾਏ, ਖਿਆਲਾਂ ਵਿੱਚ ਮੈਂ ਬਹੁਤ ਵੱਡਾ ਧਰਮੀ, ਜਿੰਨਾ ਚਿਰ ਉਹਨੂੰ ਆਪਣੇ ਵਿੱਚੋਂ ਪੈਦਾ ਨਹੀਂ ਕਰਦਾ ਉਹਨਾਂ ਚਿਰ ਕਿਵੇਂ ਉਹਨੂੰ ਤ੍ਰਿਪਤੀ ਆ ਸਕਦੀ?
ਇਸ ਕਰਕੇ ਕਹਿੰਦੇ ਤੂੰ ਉਹਨਾਂ ਦੀ ਓਟ ਲੈ, ਆਪਣਾ ਮਨ ਤੇ ਤਨ ਉਹਨਾਂ ਮਨੁੱਖਾਂ ਨੂੰ, ਜਨਾਂ ਨੂੰ, ਉਹਨਾਂ ਭਗਤ ਜਨਾਂ ਨੂੰ, ਗੁਰਮੁਖਾਂ ਨੂੰ ਸੌਂਪ। ਮਨ ਤਨ ਆਪਣਾ ਤਿੰਨ ਜਨ ਦੇ। ਹਜ਼ੂਰ ਕਹਿੰਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਸਰਬ ਥੋਕ ਜਿੰਨੀ ਪ੍ਰਕਾਰ ਦੇ ਪਦਾਰਥ ਨੇ ਉਸ ਜਨ ਦੇ ਕੋਲ ਨੇ, ਉਸ ਗੁਰਮੁਖ ਦੇ ਕੋਲ ਨੇ, ਜਿਨ੍ਹਾਂ ਨੇ ਪ੍ਰਭੂ ਨੂੰ ਪਹਿਚਾਨ ਲਿਆ ਹੈ, ਉਹਨੂੰ ਵੇਖ ਲਿਆ ਹੈ। ਹਜ਼ੂਰ ਕਹਿੰਦੇ ਤਿਸ ਕੀ ਸਰਨ ਸਰਬ ਸੁਖ ਪਾਵਹਿ, ਤਿਸ ਕੈ ਦਰਸ ਸਭ ਪਾਪ ਮਿਟਾਵੈ। ਉਹਨਾਂ ਲੋਕਾਂ ਦੀ ਸ਼ਰਨ ਵਿੱਚ ਰਿਹਾ ਸਰਬ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਤੇ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਕਹਿੰਦੇ ਪਾਪ ਮਿਟਦੇ ਨੇ। ਇਹ ਫਰਕ ਹੈ, ਭਾਵੇਂ ਕੁਝ ਕਹੀਏ ਨਾ, ਸੁਣੀਏ ਨਾ, ਬੋਲੀਏ ਨਾ, ਉਹ ਗੱਲ ਵੱਖਰੀ। ਸਿਰਫ ਮਿਲਣ ਨਾਲ ਹੀ, ਸਿਰਫ ਦਰਸ਼ਨ ਕਰਨ ਨਾਲ ਹੀ ਪਾਪ ਮਿਟਦੇ ਨੇ। ਜੋ ਲਿਖੇ ਹੋਏ ਨੇ ਸਾਡੀ ਜੀਵਨ ਵਿੱਚ ਉਹ ਮਿਟ ਜਾਂਦੇ ਨੇ। ਤਿਸ ਕੈ ਦਰਸ ਸਭ ਪਾਪ ਮਿਟਾਵਹਿ। ਹਜ਼ੂਰ ਕਹਿੰਦੇ ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਪਣੇ ਮਨ ਦੀਆਂ ਹੋਰ ਸਿਆਣਪਾਂ ਨੂੰ ਤਿਆਗ ਦੇ, ਛੱਡ ਦੇ, ਉਸ ਜਨ ਦੀ, ਉਸ ਪ੍ਰਭੂ ਦੇ ਪਿਆਰੇ ਦੀ ਤੂੰ ਸੇਵਾ ਕਰ। ਇਹਦੇ ਅੱਖਰੀ ਅਰਥ ਸਾਫ਼ ਨੇ, ਕਿਤੇ ਭੁਲੇਖਾ ਰਵੇ ਕਿਸੇ ਨੂੰ, ਕਿਉਂਕਿ ਅਸੀਂ ਇਸ ਵਿਚਾਰਧਾਰਾ ਨੂੰ ਕੱਢਣ ਦਾ ਯਤਨ ਕਰ ਰਹੇ ਹਾਂ ਜਿਹੜੀ ਇਸ ਪਦੇ ਵਿੱਚ ਲਿਖੀ ਹੋਈ। ਭਾਵੇਂ ਕਿ ਇਹਦਾ ਇੱਕ ਖਤਰਾ ਵਿਅਕਤੀਵਾਦ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖ ਦੀ ਇੱਕ ਥਾਂ ਰੱਖੀ ਗਈ ਹੈ, ਉਹਨੂੰ ਅਸੀਂ ਕੱਢ ਨਹੀਂ ਸਕਦੇ। ਤੇ ਜਿਸ ਮਕਾਨ ਦਾ ਇੱਕ ਥੰਮ ਕੱਢ ਦਈ ਉਹਦੀ ਹਾਲਾਤ ਕੀ ਹੁੰਦੀ ਤੁਸੀਂ ਆਪ ਸੋਚਦੇ ਹੋ। ਤਾਂ ਇਹ ਇੱਕ ਰਸਤਾ ਦੱਸਿਆ ਹੈ ਕਿ ਸਹਾਰਾ ਲੈਣਾ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਹਜ਼ੂਰ ਕਹਿੰਦੇ ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਤੇਰਾ ਆਉਣ ਜਾਣ ਨਹੀਂ ਹੋਏਗਾ, ਐਸੇ ਜਨ ਦੇ ਤੂੰ ਸਦਾ ਪੈਰ ਪੂਜ। ਸਾਫ਼ ਤੌਰ ਤੇ ਲਿਖਿਆ ਤਿਸ ਜਨ ਕੇ ਪੂਜੋ ਸਦ ਪੈਰਾ। ਔਰ ਇਹ ਗੁਰਮਤ ਦੇ ਵਿੱਚ ਪਹਿਲੇ ਦਿਨ ਮੈਂ ਬਹੁਤ ਲੰਬੀ ਵਿਆਖਿਆ ਆਪ ਜੀ ਨਾਲ ਸਾਂਝੀ ਕਰ ਦਿੱਤੀ ਸੀ ਵੀ ਗੁਰਮੁਖ ਦੀ ਕੀ, ਗੁਰਮਤ ਦੇ ਅੰਦਰ ਕਿਹੜੀ ਥਾਂ ਹੈ, ਗੁਰੂ ਨੇ ਕਿਉਂ ਥਾਪਿਆ, ਕਿਉਂ ਬਣਾਇਆ। ਕਿਉਂਕਿ ਇੱਥੇ ਗੁਰੂ ਸਾਹਿਬ ਹੁਕਮ ਦੇ ਰਹੇ ਨੇ ਸਿੱਖ ਨੂੰ, ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ, ਵੀ ਉਸ ਜਨ ਦੇ ਪੈਰ ਪੂਜ। ਇੱਕ ਪਾਸੇ ਆਮ ਜਗਿਆਸੂ ਨੂੰ ਕਹਿਣਗੇ ਉਹਨਾਂ ਦੇ ਪੈਰ ਹੀ ਪੈ, ਤੇ ਦੂਜੇ ਪਾਸੇ ਉਸ ਗੁਰਮੁਖ ਨੂੰ ਇਕੱਲੇ ਕਹਿ ਦੇਣਗੇ ਵੀ ਤੂੰ ਪੈਰੀ ਨਹੀਂ ਪੈਣ ਦੇਣਾ ਕਿਸੇ ਨੂੰ, ਖਿਆਲ ਰੱਖੀ। ਇਹ ਦੋ ਚੀਜ਼ਾਂ ਇਕੱਠੀਆਂ ਚੱਲਦੀਆਂ। ਗੁਰਮੁਖਾਂ ਦੇ ਪੈਰੀ ਪੈਣਾ, ਪਰ ਗੁਰਮੁਖ ਉਹ ਨੇ ਜਿਹੜੇ ਨਹੀਂ ਪੈਣ ਦਿੰਦੇ, ਯਤਨ ਕਰਦੇ ਨੇ ਕੋਈ। ਇਹ ਉਹਨਾਂ ਦਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ। ਤਾਂ ਇਹ ਆਪਣੀ ਦੁਨੀਆ ਹੈ। ਸਤਿਗੁਰੂ ਇਹਦੇ ਵਿੱਚ ਬਚਨ ਕਰਦੇ ਨੇ ਕਿ ਉਹਨਾਂ ਦੀ ਸੰਗਤ ਕੀਤਿਆਂ, ਉਹਨਾਂ ਦੇ ਮਾਰਗ ਤੇ ਜਿਹੜੇ ਤੇ ਉਹ ਗਏ ਨੇ, ਉਸ ਮਾਰਗ ਤੇ ਤੁਰਿਆਂ ਜੀਵਨ ਦੇ ਬਹੁਤ ਸਾਰੇ ਲਾਹੇ ਪ੍ਰਾਪਤ ਹੁੰਦੇ ਨੇ, ਰਹਿਮਤ ਪ੍ਰਾਪਤ ਹੁੰਦੀ ਹੈ। ਇਸ ਅਸ਼ਟਪਦੀ ਵਿੱਚ ਜਿਨ੍ਹਾਂ ਨੇ ਆਦ ਸੱਚ ਜੁਗਾਦ ਸੱਚ ਨੂੰ ਕਮਾਇਆ, ਇਹ ਸਾਰੀਆਂ ਬਰਕਤਾਂ ਉਹਨਾਂ ਵਿੱਚ ਆਉਂਦੀਆਂ। ਇੰਨੀਆਂ ਬੇਨਤੀਆਂ ਪ੍ਰਵਾਨ।